Good afternoon, everyone. Welcome to Bala's Education Point. ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਆਨਲਾਈਨ ਪਲੇਟਫਾਰਮ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਇਸ ਤੋਂ ਪਹਿਲਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਗਵਰਨਮੈਂਟ ਦੇ ਕੰਨੀ ਤੋਂ ਪੀਟੀਆਈ ਦੀ ਨੀਅਰ ਅਬਾਊਟ ਵਿਦਿਨ ਮੰਥ ਦੇ ਵਿੱਚ ਜਾਂ ਨੈਕਸਟ ਮੰਥ ਦੇ ਵਿੱਚ ਪੀਟੀਆਈ ਦੀ 2000 ਵੈਕੈਂਸੀਜ਼ ਆਊਟ ਹੋਣ ਵਾਲੀਆਂ ਨੇ, ਜਿਸ ਦੇ ਕੰਨੀ ਤੋਂ ਪੰਜਾਬ ਗਵਰਨਮੈਂਟ ਦੀ ਵੈਕੈਂਸੀਜ਼ ਦਾ ਅਗਰ ਸਿਲੇਬਸ ਦੇਖਿਆ ਜਾਵੇ ਤਾਂ ਸਿਲੇਬਸ ਦਾ ਉਸ ਟਾਈਮ ਦੇ ਵਿੱਚ ਹੀ ਆਊਗਾ ਜਿਸ ਟਾਈਮ ਇਹ ਨੋਟੀਫਿਕੇਸ਼ਨ ਆਊਟ ਕੀਤੀ ਜਾਊਗੀ। ਲੇਕਿਨ ਬਾਲਾ ਐਜੂਕੇਸ਼ਨ ਪੁਆਇੰਟ ਦੇ ਕੰਨੀ ਤੋਂ ਐਡਵਾਂਸ ਦੇ ਵਿੱਚ ਬੱਚਿਆਂ ਨੂੰ ਕਲਾਸਿਸ ਪ੍ਰੋਵਾਈਡ ਕੀਤੀ ਜਾ ਰਹੀਆਂ ਨੇ, ਜੋ ਬੇਸਿਕ ਕਲਾਸ ਤੁਹਾਡੀ ਆਪਣੀ ਨੈਕਸਟ ਵੀਕ ਤੋਂ ਕਲਾਸ ਸਟਾਰਟ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿ ਬੱਚੇ ਦੇ ਕੋਈ ਡਾਊਟ ਹੋਣ ਜਾਂ ਟੌਪਿਕ ਬਾਰੇ ਨਹੀਂ ਕਲੀਅਰ ਹੁੰਦਾ ਤਾਂ ਉਸ ਚੀਜ਼ ਨੂੰ ਲੈ ਕੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ। ਬਾਲਾ ਐਜੂਕੇਸ਼ਨ ਪੁਆਇੰਟ ਦੇ ਕੰਨੀ ਤੋਂ ਜੋ ਪੰਜਾਬ ਗਵਰਨਮੈਂਟ ਦਾ ਪੀਟੀ ਦਾ ਪ੍ਰੀਵੀਅਸ ਸਿਲੇਬਸ ਸੀਗਾ 20 ਟੌਪਿਕ ਸੀਗੇ, ਸਿਲੇਬਸ ਉਹਦੇ ਵਿੱਚੋਂ ਹੀ ਸਟਾਰਟ ਕਰਵਾਇਆ ਜਾਊਗਾ। ਜਦੋਂ ਹੀ ਤੁਹਾਡਾ ਆਪਣੇ ਸਿਲੇਬਸ ਨੂੰ ਲੈ ਕੇ ਥੋੜ੍ਹੀ ਬਹੁਤ ਅਗਰ ਚੇਂਜਿਸ ਹੁੰਦੀ ਵੀ ਨੇ ਤਾਂ ਚੇਂਜਿਸ ਜ਼ਿਆਦਾ ਨਹੀਂ ਹੁੰਦੀਆਂ, 20-30% ਦੀ ਰੇਸ਼ੋ ਦੇ ਨਾਲ ਹੀ ਤੁਹਾਡਾ ਆਪਣਾ ਸਿਲੇਬਸ ਚੇਂਜਿਸ ਰਹਿੰਦੀਆਂ ਨੇ, ਲੇਕਿਨ ਚੇਂਜਿਸ ਜਦੋਂ ਹੋਣਗੀਆਂ ਉਦੋਂ ਕਰਵਾ ਦਿੱਤੀ ਜਾਣਗੀਆਂ। ਠੀਕ ਹੈ। ਇਸ ਤੋਂ ਪਹਿਲਾਂ ਕਿ ਬਾਲਾ ਐਜੂਕੇਸ਼ਨ ਪੁਆਇੰਟ ਤੇ ਅਗਰ ਤੁਸੀਂ YouTube ਚੈਨਲ ਤੇ ਗਏ ਹੋਵੋਗੇ ਤਾਂ ਪੀਟੀਆਈ ਨੂੰ ਉੱਥੇ ਸਰਚ ਕੀਤਾ ਹੋਊਗਾ ਤਾਂ ਤੁਹਾਨੂੰ ਕਾਫੀ ਸਾਰੇ ਵੀਡੀਓ ਸਿਲੈਕਸ਼ਨ ਮਿਲੇ ਹੋਣਗੇ, ਜਿਹਦੇ ਵਿੱਚੋਂ ਅਗਰ ਲੇਟੈਸਟ ਦੀ ਗੱਲ ਕੀਤੀ ਜਾਵੇ, ਨਵੇਂ ਤਰੀਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਸਾਡੀ ਆਲਰੇਡੀ 3 ਵੀਡੀਓਜ਼ ਤੁਹਾਡੀ ਆਪਣੀ ਪੀਟੀ ਉੱਤੇ ਬੇਸਿਕ ਦੇ ਉੱਤੇ ਕੁਐਸਚਨਸ ਉੱਤੇ ਪੈ ਚੁੱਕੀ ਕਲਾਸਿਸ ਨੇ। ਅਸੀਂ ਹੁਣ ਤੱਕ ਆਪਾਂ ਵੀਡੀਓ ਦੇ ਉੱਤੇ 3 ਟੌਪਿਕ ਕਲੀਅਰ ਕਰ ਚੁੱਕੇ ਹਾਂ। ਇੱਕ ਟੌਪਿਕ ਤੁਹਾਡਾ ਆਪਣਾ ਡਾਈਜੈਸਟਿਵ ਸਿਸਟਮ ਉੱਤੇ ਸੀਗਾ, ਡਾਈਜੈਸਟਿਵ ਸਿਸਟਮ ਉੱਤੇ, ਔਰ ਦੂਸਰਾ ਟੌਪਿਕ ਤੁਸੀਂ ਮੇਰੇ ਨਾਲ ਕਵਰ ਕੀਤਾ ਸੀਗਾ ਰੈਸਪੀਰੇਟਰੀ ਸਿਸਟਮ ਉੱਤੇ, ਜੋ ਤੁਹਾਨੂੰ ਆਪਣੇ ਜਿਹੜੇ ਸਾਰੇ ਨੋਟਸ ਮਿਲਣਗੇ ਉਹ ਤੁਹਾਡੇ ਆਪਣੇ ਬਾਇਲੈਂਗੁਅਲ ਦੇ ਵਿੱਚ ਹੋਣਗੇ, ਪੰਜਾਬੀ ਦੇ ਵਿੱਚ ਵੀ ਹੋਣਗੇ ਔਰ ਤੁਹਾਡੇ ਆਪਣੇ ਇੰਗਲਿਸ਼ ਦੇ ਵਿੱਚ ਵੀ ਹੋਣਗੇ। ਔਰ ਥਰਡ ਟੌਪਿਕ ਤੁਸੀਂ ਮੇਰੇ ਨਾਲ YouTube ਉੱਤੇ ਕਵਰ ਕੀਤਾ ਸੀ ਐਕਸਕ੍ਰੀਟਰੀ ਸਿਸਟਮ ਉੱਤੇ, ਜਿਹਦੇ ਵਿੱਚ ਅਸੀਂ ਦੇਖਦੇ ਸੀ ਕਿ ਅਗਰ ਵੇਸਟ ਮਟੀਰੀਅਲ ਕੋਈ ਹੈਗਾ ਤਾਂ ਆਪਣੀ ਬੋਡੀ ਜਿਹੜੀ ਹੈਗੀ ਕਿਹੜੇ ਨੈਸੈਸਰੀ ਆਰਗਨ ਨੇ ਜਦੋਂ ਬੋਡੀ ਕੀ ਕਰੂਗੀ ਉਸਨੂੰ ਆਊਟ ਕਰੂਗੀ। ਐਕਸਕ੍ਰੀਟਰੀ ਸਿਸਟਮ ਜਾਂ ਜਿਹਨੂੰ ਅਸੀਂ ਐਂਡੋਕਰਾਈਨ ਸਿਸਟਮ ਵੀ ਬੋਲਦੇ ਨੇ ਉਹਦੇ ਉੱਤੇ ਕਵਰ ਕੀਤਾ ਸੀ ਸਾਨੇ ਆਪਣਾ। ਠੀਕ ਹੈ ਜੀ, ਐਕਸਕ੍ਰੀਸ਼ਨ ਵੀ ਬੋਲਦੇ ਇਸ ਚੀਜ਼ ਨੂੰ ਆਪਾਂ। ਤਾਂ ਅੱਜ ਦਾ ਜੋ ਤੁਹਾਡਾ ਆਪਣਾ ਬੇਸਿਕਲੀ ਇੱਕ ਲੈਕਚਰ ਰਹੇਗਾ ਉਹ ਆਪਣੇ ਰੈਸਪੀਰੇਟਰੀ ਸਿਸਟਮ ਦੀ MCQs ਕਲਾਸ ਹੋਊਗੀ, ਜਿਹਦੇ ਵਿੱਚ ਤੁਸੀਂ ਆਪਣਾ 50 ਕੁਐਸਚਨ ਕਵਰ ਕਰਾਂਗੇ। ਜਿਹੜੇ ਬੱਚਿਆਂ ਨੂੰ ਡਾਊਟ ਹੋਊਗਾ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਗਰੁੱਪ ਬਣਿਆ ਹੋਇਆ, ਉਸ WhatsApp ਗਰੁੱਪ ਨੂੰ ਤੁਸੀਂ ਵੱਧ ਤੋਂ ਵੱਧ ਐਡ ਹੋ ਸਕਦੇ ਹੋ, ਜੋ ਇੱਕ ਫ੍ਰੀ ਗਰੁੱਪ ਹੈ। ਉਹਦੇ ਵਿੱਚ ਜਿਹੜਾ ਵੀ ਪੀਟੀ ਦੇ ਟੌਪਿਕ ਕਰਵਾਇਆ ਜਾਂਦਾ ਬੱਚਿਆਂ ਨੂੰ ਪਾ ਦਿੱਤਾ ਜਾਂਦਾ ਗਰੁੱਪ ਦੇ ਵਿੱਚ ਹੀ, ਤਾਂ ਕਿ ਕੋਈ ਬੱਚਾ ਪੀਟੀਆਈ ਦੇ ਟੌਪਿਕ ਨੂੰ ਲੈ ਕੇ ਵਾਂਝਾ ਨਾ ਰਹਿ ਜੇ, ਅਲੱਗ ਨਾ ਹੋ ਜੇ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਫਿਰ ਵੀ ਕੋਈ ਡਾਊਟ ਹੈਗਾ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਨੀਚੇ ਕੰਟੈਕਟ ਨੰਬਰ ਵੀ ਮੈਂਸ਼ਨ ਕੀਤਾ ਹੈ, ਜੋ ਬਾਲਾ ਐਜੂਕੇਸ਼ਨ ਪੁਆਇੰਟ ਦੇ ਓਨਰ ਦਾ ਨੰਬਰ ਹੈ। ਤੁਸੀਂ ਉਹਨਾਂ ਨਾਲ ਵੀ ਤੁਸੀਂ ਕੰਸਰਨ ਕਰ ਸਕਦੇ ਹੋ ਅਗਰ ਕੋਈ ਵੀ ਡਾਊਟ ਹੈਗਾ ਤਾਂ। ਨੰਬਰ ਤੁਹਾਨੂੰ 2 ਮਿਲਣਗੇ, ਫਿਲਹਾਲ ਮੈਨੇ ਸਕਰੀਨ ਤੇ ਤੁਹਾਨੂੰ ਇੱਕੋ ਹੀ ਨੰਬਰ ਸ਼ੋ ਕੀਤਾ ਹੈ, ਤੁਸੀਂ ਉਹ ਚੈੱਕ ਕਰ ਸਕਦੇ ਹੋ। ਠੀਕ ਹੈ ਜੀ। ਅੱਜ ਦੀ ਜੋ ਕਲਾਸ ਮੇਰੀ ਤੁਹਾਡੇ ਨਾਲ ਰਹੇਗੀ ਉਹ ਰੈਸਪੀਰੇਟਰੀ ਸਿਸਟਮ ਉੱਤੇ ਰਹੇਗੀ, ਜੋ ਤੁਹਾਡੀ ਆਪਣੀ MCQ ਕਲਾਸ ਹੈ। ਕੁਐਸਚਨ ਬਹੁਤ ਜ਼ਿਆਦਾ ਹੁੰਦੇ ਨੇ ਕਰਨ ਦੇ ਵਿੱਚ, ਲੇਕਿਨ ਤੁਹਾਡੇ ਸਾਹਮਣੇ ਜਿਹੜੇ ਮੈਂ 50 ਕੁਐਸਚਨ ਲੈ ਕੇ ਆਇਆ ਉਹ ਤੁਹਾਡੇ ਆਪਣੇ ਪਿਛਲੇ ਟੈਸਟ ਪੇਪਰਸ ਦੇ ਵਿੱਚ, ਜੋ ਪੇਪਰਸ ਦੇ ਵਿੱਚ ਆਇਆ ਸੀਗਾ ਟੈਸਟ ਦੇ ਵਿੱਚ, ਉਸ ਦੇ ਪੇਪਰ ਨੂੰ ਕਲੈਕਟ ਕੀਤਾ ਗਿਆ ਤਾਂ ਕਿ ਕੁਐਸਚਨ ਦੇ ਵਿੱਚ, ਤਾਂ ਕਿ ਅਗਰ ਕਿਸੇ ਬੱਚੇ ਦਾ ਡਾਊਟ ਵੀ ਹੈ ਤਾਂ ਉਹ ਕਲੀਅਰ ਕੀਤਾ ਜਾ ਸਕੇ। ਅੱਜ ਦੀ ਜੋ ਕਲਾਸ ਹੈ ਉਹ ਰੈਸਪੀਰੇਟਰੀ ਸਿਸਟਮ ਦੀ MCQ ਕਲਾਸ ਹੋਏਗੀ, ਜਿਹਦੇ ਵਿੱਚ ਤੁਹਾਡਾ ਆਪਣਾ ਫਸਟ ਕੁਐਸਚਨ ਤੁਹਾਨੂੰ ਆਪਣਾ ਸਕਰੀਨ ਤੇ ਦਿਖਾਈ ਦੇ ਰਿਹਾ ਹੋਏਗਾ। ਇਹ ਟੌਪਿਕ ਜਿਹੜਾ ਤੁਹਾਨੂੰ ਆਪਣਾ ਮਿਲੇਗਾ MCQs ਦਾ, ਜਾਂ ਤੁਹਾਨੂੰ ਆਪਣੀ ਕਲਾਸਿਸ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਬਾਇ ਲੈਂਗੁਏਜ ਵਿੱਚ ਮਿਲ ਜਾਣਗੀਆਂ। ਤੁਹਾਨੂੰ ਆਪਣਾ ਪੰਜਾਬੀ 'ਚ ਵੀ ਮੈਂਸ਼ਨ ਕੀਤਾ ਹੋਇਆ ਨੋਟਸ ਤੁਹਾਡੇ ਆਪਣੇ ਸਾਰੇ, ਔਰ ਤੁਹਾਡੇ ਆਪਣੇ ਇੰਗਲਿਸ਼ 'ਚ ਵੀ ਮੈਂਸ਼ਨ ਕੀਤੇ ਹੋਏ ਨੇ। ਠੀਕ ਹੈ ਜੀ। ਤਾਂ ਦੇਖੋ ਅੱਜ ਤੁਹਾਡਾ ਆਪਣਾ ਅੱਜ ਦੀ ਕਲਾਸ ਦਾ ਫਸਟ ਕੁਐਸਚਨ ਹੈ ਰੈਸਪੀਰੇਟਰੀ ਸਿਸਟਮ ਉੱਤੇ। ਤਾਂ ਫਸਟ ਕੁਐਸਚਨ ਕਹਿੰਦਾ ਕੀ ਹੈ, ਓਪਨ ਟੂ ਦਾ ਟ੍ਰੈਚੀਆ। ਕਈ ਬੱਚੇ ਨੂੰ ਟ੍ਰੈਕੀਆ ਬੋਲਦੇ ਨੇ, ਟ੍ਰੈਚੀਆ ਇਸ ਨੂੰ ਅਸੀਂ ਮੇਨਲੀ ਬੇਸਿਕਲੀ ਬੋਲਦੇ ਹਾਂ। ਕਹਿੰਦਾ ਟ੍ਰੈਚੀਆ ਜਦੋਂ ਓਪਨ ਕੀਤਾ ਜਾਂਦਾ ਹੈ ਤਾਂ ਇੱਕ ਜਿਹੜਾ ਟ੍ਰੈਚੀਆ ਹੁੰਦਾ ਹੈ ਉਹ ਇੱਕ ਸਮਾਲ ਟਿਸ਼ੂਜ਼ ਦੇ ਵਿੱਚ ਕਵਰ ਹੁੰਦਾ ਹੈ। ਠੀਕ ਹੈ। ਉਸ ਟਿਸ਼ੂ ਨੂੰ ਅਸੀਂ ਕੀ ਬੋਲਦੇ ਹਾਂ, ਮਤਲਬ ਉਸ ਟਿਸ਼ੂ ਦੀ ਜਿਹੜੀ ਫਲੈਪ ਜਿਹੜੀ ਹੁੰਦੀ ਹੈ ਉਹਦੇ ਤੇ ਕਵਰ ਕੀਤੀ ਹੁੰਦੀ ਹੈ, ਉਹਨੂੰ ਅਸੀਂ ਕੀ ਬੋਲਾਂਗੇ। ਤਾਂ ਕੁਐਸਚਨ ਰਿਪੀਟ ਕਰ ਦੇਣਾ, ਕਹਿੰਦਾ ਓਪਨਿੰਗ ਟੂ ਦਾ ਟ੍ਰੈਚੀਆ ਇਜ਼ ਕਵਰਡ, ਜਿਹੜੀ ਕਵਰ ਕੀਤੀ ਹੁੰਦੀ ਹੈ ਸਮਾਲ ਜਾਂ ਸਮਾਲ ਫਲੈਪ ਟਿਸ਼ੂ ਨੂੰ, ਉਸ ਫਲੈਪ ਟਿਸ਼ੂ ਨੂੰ ਅਸੀਂ ਕੀ ਬੋਲਦੇ ਹਾਂ। ਤਾਂ ਨੀਚੇ ਆਪਸ਼ਨ ਦਿੱਤੀ ਹੋਈਆਂ ਨੇ। A ਆਪਸ਼ਨ ਹੈ ਗਲੋਟਿਸ ਬੋਲਦੇ ਹਾਂ, ਜਾਂ B ਆਪਸ਼ਨ ਅਸੀਂ ਉਹਨੂੰ ਟ੍ਰੈਚੀਆ ਬੋਲਦੇ ਹਾਂ, C ਆਪਸ਼ਨ ਹੈ ਉਹਨੂੰ ਅਸੀਂ ਐਪੀਗਲੋਟਸ ਬੋਲਦੇ ਹਾਂ, ਜਾਂ D ਆਪਸ਼ਨ ਹੈ ਸਾਡੇ ਵਾਸਤੇ ਉਹਨੂੰ ਅਸੀਂ ਲਾਰਨੈਕਸ ਬੋਲਦੇ ਹਾਂ। ਤਾਂ ਤੁਹਾਨੂੰ ਸਭ ਨੂੰ ਪਤਾ ਜਿਹੜਾ ਟ੍ਰੈਚੀਆ ਦਾ ਸਿੱਧਾ ਹੀ ਰਿਲੇਸ਼ਨ ਹੁੰਦਾ ਹੈ
ਉਹ ਸਿੱਧਾ ਐਪੀਗਲੋਟਸ ਦੇ ਨਾਲ ਹੁੰਦਾ ਹੈ। ਤੁਹਾਨੂੰ ਬਹੁਤ ਵਾਰੀ ਮੈਨੇ ਫਿਲਹਾਲ ਜਿਹੜੇ ਪਿਛਲੀ ਕਲਾਸਿਸ ਸੀ ਉਹਨਾਂ ਨੂੰ ਵੀ ਦੱਸਿਆ ਸੀਗਾ। ਹੁਣ ਜਦੋਂ ਅਸੀਂ ਨਵੀਂ ਕਲਾਸ ਦੀ ਸ਼ੁਰੂਆਤ ਕੀਤੀ ਆਪਣੀ YouTube ਦੇ ਉੱਤੇ ਵੀ ਔਰ ਆਫਲਾਈਨ ਕਲਾਸਿਸ ਵੀ ਅਟੈਚ ਕੀਤੀਆਂ ਸਾਨੀਆਂ, ਤਾਂ ਜਿਹਦੇ ਵਿੱਚ ਬੱਚਿਆਂ ਨੂੰ ਸਿਰਫ ਇਹੀ ਦੱਸਿਆ ਜਾਂਦਾ ਸੀ ਕਿ ਟ੍ਰੈਚੀ ਜਿਹੜਾ ਹੁੰਦਾ ਹਮੇਸ਼ਾ ਐਪੀਗਲੋਟਸ ਨਾਲ ਅਟੈਚ ਕੀਤਾ ਜਾਂਦਾ ਹੈ। ਜੋ ਵੀ ਬੱਚੇ ਆਫਲਾਈਨ ਪੁੱਛਣ ਆਏ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਆਨਲਾਈਨ ਕਲਾਸ ਵੀ ਤੁਸੀਂ ਆਪਣਾ ਟੌਪਿਕ ਕਵਰ ਕਰ ਸਕਦੇ ਹੋ ਔਰ ਇਹ 'ਚ ਸਾਰੀ ਚੀਜ਼ਾਂ ਬੇਸਿਕਲੀ ਉਹੀ ਨੇ ਜੋ ਸੇਮ ਤੁਹਾਨੂੰ ਆਪਣੀ ਆਫਲਾਈਨ 'ਚ ਦੱਸੀਆਂ ਗਈਆਂ ਸੀਗੀਆਂ। ਠੀਕ ਹੈ, ਕੁਝ ਇਨਕੁਆਇਰੀ ਆ ਜਾਂਦੀਆਂ ਨੇ ਤੇ ਇਸ ਕਰਕੇ ਸਾਨੂੰ ਦੱਸਣਾ ਪੈਂਦਾ ਹੈ ਕਿ ਬੱਚੇ ਇਹ ਚੀਜ਼ਾਂ ਸਮਝਾਈ ਜਾਂਦੀਆਂ ਨੇ। ਤਾਂ ਧਿਆਨ ਰੱਖਣਾ ਜਦੋਂ ਵੀ ਟ੍ਰੈਚੀਆ ਦੀ ਗੱਲ ਹੁੰਦੀ ਹੈ ਤਾਂ ਉਹਦਾ ਸਿੱਧਾ ਦਾ ਸਿੱਧਾ ਰਿਲੇਸ਼ਨ ਕਿਹਦੇ ਨਾਲ ਹੋਊਗਾ, ਤੁਹਾਡੇ ਆਪਣੇ ਐਪੀਗਲੋਟਸ ਦੇ ਨਾਲ ਹੋਊਗਾ। ਪੰਜਾਬੀ 'ਚ ਵੀ ਸੇਮ ਹੈ, ਹਿੰਦੀ 'ਚ ਵੀ, ਇੰਗਲਿਸ਼ 'ਚ ਵੀ ਸੇਮ ਹੈ। ਤੇ ਜਿਹੜਾ ਇਹਦਾ ਆਨਸਰ ਰਹੇਗਾ ਤੁਹਾਡੇ ਨਾਲ ਉਹ ਕਿਹੜਾ ਆਨਸਰ ਆਏਗਾ, ਤੁਹਾਡਾ ਆਪਣੇ ਫਸਟ ਕੁਐਸਚਨ ਦਾ ਸੀ ਆਨਸਰ ਆਊਗਾ। ਮੈंने ਵੈਸੇ ਦੋਨੋਂ ਚੀਜ਼ਾਂ ਮੈਂਸ਼ਨ ਕਰਤੀਆਂ ਇਸ ਕਰਕੇ ਤੁਹਾਨੂੰ ਦੱਸ ਦੇਣਾ ਕਿ ਫਸਟ ਕੁਐਸਚਨ ਜਿਹੜਾ ਆਨਸਰ ਆਊਗਾ ਉਹ ਸੀ ਆਊਗਾ, ਇਹ ਧਿਆਨ ਰੱਖਣਾ। ਠੀਕ ਹੈ, ਐਪੀਗਲੋਟਸ। ਨੈਕਸਟ ਆਓ, ਸਿੰਪਲ ਕੁਐਸਚਨ ਹੈ, द एक्सचेंज ऑफ गैसेस बिटवीन द इनहेल्ड एयर एंड ब्लड। कहता की है जो सिंपल जी गल, जो असी गैसिस नू एक्सचेंज करते हैं है ना, हवा नू और ब्लड नू अंदर लैके, मतलब इनहेल्ड एयर हवा जो अंदर जाती है ब्लड दे विच मिक्स होती है, तो इस चीज़ नू असी की बोलते हैं, मतलब इनहेल करना या कह सकते गैसिस का आदान प्रदान करना, तेन असी की बोलांगे। तो पहली गल तो जो टॉपिक होगा इस क्वेश्चन नू लैके जो आंसर होगा और रैसपिरेशन सिस्टम उत्ते होगा। तो जो रैसपिरेशन सिस्टम है वो सिर्फ दो टाइप का ही होंगे, एक साडे वास्ते इनहेल होंगे, एक साडे वास्ते एक्सेल होंगे है ना, यानी जो असीं की बोलते हैं एक्सचेंज बोलते हैं। तो इत्थे कहता कि क्वेश्चन दे विच कि जिहड़ी हवा है वो इनहेल की जा रही है, तो जिहड़ी गैस होगी वो तो एक्सेल की जाऊगी, बाहर कड्ढी जाऊगी, तो उसनूं रैसपिरेशन असीं की बोलते हैं। तो ऑप्शन दी भी है कि इहनूं सैलुलर सिस्टम बोलते हैं या एक्सटर्नल रैसपिरेशन बोलते हैं, या सी साडे वास्ते इंटरनल रैसपिरेशन हुंदा है, या साडे वास्ते सर्कुलेटरी रैसपिरेशन हुंदा है। हुण दो ऑप्शन तुहाडी अपने सीधा ही तुसीं इहनूं कढ सकदे हो, सैलुलर रैसपिरेशन नूं बाहर कड्ढिया जा सकदा है और सर्कुलेटरी नूं कड्ढिया जा सकदा है। बचियां दो, एक एक्सटर्नल बची एक इंटरनल बची। इत्थे गल कीती गई क्वेश्चन च इनहेल दी, ठीक है, इनहेल तो ऑप्शन ऑब्वियस है, इनहेल तो बनूगी नहीं, एक्सटर्नल तो बननी कोई नहीं, इंटरनल तो बननी कोई नहीं, लेकिन जो असीं हवा लैंदे आ तो गैस एक बाहर छड्डदे आ, तो इस रैसपिरेशन में असीं की बोलते हैं एक्सटर्नल रैसपिरेशन बोलांगे। तो जिहड़ा तो आंसर बनेगा तुहाडे सामने वो बी ऑप्शन रहेगी, बी सैकेंड क्वेश्चन दी। नैक्सट आओ क्वेश्चन नंबर थर्ड। क्वेश्चन नंबर थर्ड की कह रहे हैं, द मैक्सिमम वॉल्यूम ऑफ एयर कंटेन इन द लंग्स। कहना जिहड़ी वध तो वध जिहड़ी साडी अपनी एयर हवा नूं लैण दी इक सब तो वड्डी कैपेसिटी हुंदी है और लंग्स दे पास हुंदी है बाय अ फुल फोर्स इनहेलेशन। जो असी बहुत जोर की साह भी लैंदे आ तो असी की बोलते हैं, ये कुछ कैपेसिटीज़ ने जो सानू अपनी याद रखनी पैणगियां। लंग की कैपेसिटी की गल की गई है, ध्यान रखना क्वेश्चन की मैंशन किया है, लंग की गल करता है, असी बहुत जोर की जो साह लैंदे आ ना तो मैक्सिमम कैपेसिटी होंगी है। तुमने देखा होगा एकदम जो हवा लैके असी अंदर रख लेने लंग्स विच मैक्सिमम कैपेसिटी लैके, तो असी की बोलांगे फिलहाल। तो ऑप्शन कहता की है वेटर कैपेसिटी बोलांगे, या बी पॉइंट साडे वास्ते टाइडल वॉल्यूम बोलिया जाऊगा, या सी साडे वास्ते क्या टोटल लंग कैपेसिटी बोलिया जाऊगा, यानी कि फेफड़े की कुल समर्था बोली जाऊगी, या इंस्पिरेटिव कैपेसिटी होगी। तो मैं तुम दस के चुकिया सी इत्थे गल काहदी कीती जा रही है, फेफड़े की गल की जा रही है। तो जिहड़ा आंसर भी होएगा वो इहदे नाल ही होएगा। तो आंसर इको ही लंग नाल मैंशन किया गया है, दैट्स कॉल्ड अ टोटल लंग कैपेसिटी। पंजाबी दे विच मैं उस चीज़ नूं सर्कल कर रहा और ना तुहानूं अपना उहदा आंसर भी दसदा। इहदा जिहड़ा आंसर बनेगा थर्ड क्वेश्चन का और सी बनेगा, ये ध्यान रखना जी, ठीक है। नैक्सट आओ क्वेश्चन नंबर फोर्थ की गल करते हैं, मैक्सिमम वॉल्यूम ऑफ एयर दैट कैन बी रिलीज फ्रॉम द लंग्स। जो एक हवा फेफड़ा राही बाहर रखी जाती है, छड्डी जाती है बाय फोर्सफुल एक्सपीरेशन। हुण हवा लै नहीं रहे, हवा नूं की कीता जा रहा है, बाहर छड्डिया जा रहा है, एक्सपायर किया जा रहा है, ठीक है। आफ्टर डीपेस्ट इंस्पीरेशन, जिमें असी चीज़ लीती सी उवें असी उस चीज़ नूं बाहर छड्डदे आ, तैनूं असी की बोलांगे। तो ध्यान रखना जदों असी इनहेल करते हुंदे आ तां टोटल लंग कैपेसिटी हुंदी है, जदों असी बाहर छड्डदे हुंदे उस हवा नूं तैनूं असी की बोलदे हुंदे आ, विडल कैपेसिटी बोलदे हुंदे आ। तो रिपीट कर देना, इनहेल नूं असी की बोलांगे टोटल लंग कैपेसिटी बोलदे आ, जदों असी एक्सेल करांगे बाहर छड्डांगे तैनूं असी की बोलदे आ, विडल कैपेसिटी। और इस क्वेश्चन के भी जी ऑप्शन दी हुई ने वो देख लो फिलहाल केड़ी केड़ी है।
ਜਿਹੜੀ ਫਸਟ ਆਪਸ਼ਨ ਦਿੱਤੀ ਵੀ ਹੈ ਕੁੱਲ ਫੇਫੜੇ ਦੀ ਸਮਰੱਥਾ, ਇਹ ਤਾਂ ਸਾਡੇ ਵਾਸਤੇ ਹੁੰਦੀ ਹੈ ਇਨਹੇਲ ਕਰਨ ਦੀ ਸਮਰੱਥਾ, ਤੁਹਾਡੀ ਆਪਣੀ ਕਪੈਸਿਟੀ ਹੋਏਗੀ, ਠੀਕ ਹੈ, ਸਮਰੱਥਾ ਹੋਏਗੀ ਇਨਹੇਲ। ਲੇਕਿਨ ਜਦ ਗੱਲ ਕੀਤੀ ਜਾਂਦੀ ਜ਼ਬਰਦਸਤੀ ਉਸਨੂੰ ਅਸੀਂ ਬਾਹਰ ਛੱਡਦੇ ਹਾਂ, ਠੀਕ ਹੈ, ਫੇਫੜੇ ਰਾਹੀਂ, ਤੁਹਾਨੂੰ ਅਸੀਂ ਕੀ ਬੋਲਦੇ ਆ, ਵਿਟਲ ਕਪੈਸਿਟੀ ਬੋਲਦੇ ਆ। ਤਾਂ ਆਨਸਰ ਤੁਹਾਡੇ ਵਾਸਤੇ ਜਿਹੜਾ ਫੋਰਥ ਕੁਐਸਚਨ ਦਾ ਆਨਸਰ ਬਣੂਗਾ ਉਹ ਬੀ ਆਨਸਰ ਬਣੂਗਾ, ਬੀ। ਇਹ ਧਿਆਨ ਰੱਖਣਾ, ਠੀਕ ਹੈ, ਵਿਟਲ ਕਪੈਸਿਟੀ, ਕਿਉਂਕਿ ਕੁਐਸਚਨ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਮੈਂ ਤੁਹਾਨੂੰ ਆਨਸਰ ਦੇ ਅਕੋਰਡਿੰਗ ਹੀ ਦੱਸਦਾ ਰਹੂੰਗਾ। ਇਨਹੇਲ ਕਰਨਾ ਟੋਟਲ ਲੰਗ ਕਪੈਸਿਟੀ, ਜਦੋਂ ਤੁਸੀਂ ਬਾਹਰ ਛੱਡਦੇ ਹੋ ਓਡੀ ਕਪੈਸਿਟੀ ਦੇ ਨਾਲ, ਤਾਂ ਸਾਡੇ ਵਾਸਤੇ ਕੀ ਬਣ ਜਾਂਦੀ ਹੈ, ਵਿਟਲ, ਤੁਹਾਡੇ ਵਾਸਤੇ ਚੀਜ਼ ਬਣ ਜਾਂਦੀ ਹੈ ਵਿਟਲ ਕਪੈਸਿਟੀ ਬਣ ਜਾਂਦੀ ਹੈ, ਠੀਕ ਹੈ। ਨੈਕਸਟ ਆਓ क्वेश्चन नंबर फिफ्थ क्वेश्चन च कहता की है द ट्रेचे डिवाइड इनटू टू स्मॉलर ट्यूब। जो तुहाडा अपना ट्रेची है दो छोटे छोटे ट्यूबा दे विच की हुंदा डिस्ट्रीब्यूट हुंदा या कह सकते डिवाइड किया हुंदा, ਉਹਨੂੰ ਅਸੀਂ ਕੀ ਬੋਲਦੇ ਆ। ਤਾਂ ਬਹੁਤ ਵਾਰੀ ਕੀਤਾ ਇਹ ਲੰਗਸ ਦੀ ਅੱਗੇ ਦੋ ਟਾਈਪ ਸੀਗੀਆਂ, ਠੀਕ ਹੈ, ਜਿਹਦੇ ਚ ਅੱਗੇ ਡਿਫਰੈਂਟ ਤੁਹਾਡੇ ਆਪਣੇ ਟਰੀ ਬਣ ਜਾਂਦੇ ਨੇ, ਠੀਕ ਹੈ। ਤੇ ਇਹਨੂੰ ਅਸੀਂ ਕੀ ਬੋਲਾਂਗੇ, ਓਬਵੀਅਸ ਬ੍ਰੋਂਕਾਈ ਟਰੀ ਹੁੰਦਾ, ਬ੍ਰੋਂਕਾਈ ਟਰੀ ਵੀ ਅੱਗੇ ਟਿਊਬਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਤੁਹਾਨੂੰ ਅਸੀਂ ਕੀ ਬੋਲਦੇ ਆ। ਤਾਂ ਬਹੁਤ ਵਾਰੀ ਕੀਤਾ ਹੋਇਆ ਤੁਹਾਡੇ ਬੇਨ ਵਾਲੇ ਟੌਪਿਕ ਨੂੰ, ਠੀਕ ਹੈ, ਤਾਂ ਦੱਸਿਆ ਵੀ ਪਿਆ, ਬਾਰ-ਬਾਰ ਰਿਪੀਟ ਵੀ ਕੀਤਾ ਹੋਇਆ ਸੀ। ਤਾਂ ਟ੍ਰੇਚ ਜਿਹੜਾ ਹੋਊਗਾ ਅੱਗੇ डिवाइड कितना स्मॉलर ट्यूब्स ਦੇ ਵਿੱਚ ਇਹਨੂੰ ਅਸੀਂ ਕੀ ਬੋਲਦੇ ਆ, ਬ੍ਰੋਂਕਾਈ ਬੋਲਦੇ ਆ। ਤੇ ਧਿਆਨ ਰੱਖਣਾ ਆਨਸਰ ਉਹਨੇ ਮੈਂਸ਼ਨ ਕੀਤਾ ਹੋਇਆ, ਵੈਸੇ ਵੀ ਫਸਟ ਆਪਸ਼ਨ 'ਚ ਮੈਂਸ਼ਨ ਕੀਤਾ ਹੋਇਆ, ਇਹਨੂੰ ਅਸੀਂ ਕੀ ਬੋਲਦੇ ਆ, ਬ੍ਰੋਂਕਾਈ ਬੋਲਦੇ ਆ। ਲੇਕਿਨ ਬਾਕੀ ਆਪਸ਼ਨ ਚੈੱਕ ਕਰ ਲਓ ਕਿ ਉਹਨੂੰ ਟ੍ਰੇਚੇ ਬੋਲਿਆ ਜਾਊਗਾ, ਮਾਈਕਰੋ ਟ੍ਰੇਚੇ ਬੋਲਿਆ ਜਾਊਗਾ, ਜਾਂ ਸਾਡੇ ਵਾਸਤੇ ਕੀ ਬੋਲਿਆ ਜਾਊਗਾ, ਸਟੇਨ ਟਿਊਬਾਂ ਬੋਲੀ ਜਾਣਗੀਆਂ। ਤਾਂ ਬਾਕੀ ਕੋਈ ਚੀਜ਼ ਰੈਸਪੀਰੇਟਰੀ ਸਿਸਟਮ ਨਾਲ ਰਿਲੇਟ ਨਹੀਂ ਕਰਦੀ, ਤਾਂ ਆਨਸਰ ਇੱਕੋ ਆਏਗਾ ਸਾਡੇ ਵਾਸਤੇ ਫਿਫਥ ਕੁਐਸਚਨ ਦਾ, ਬ੍ਰੋਂਕਾਈ, ਠੀਕ ਹੈ ਜੀ। ਆਨਸਰ ਕੀ ਆਊਗਾ, ਬ੍ਰੋਂਕਾਈ। ਨੈਕਸਟ ਆਓ क्वेश्चन नंबर 6, बहुत ईजी क्वेश्चन सीगे इसनू लेके। विच वन ऑफ द फॉलोइंग इज करैक्ट रिगार्डिंग द लेरनैक्स। लेरनैक्स नू लेके केड़ी चीज तुहाडे वास्ते करैक्ट दसी गई है। ध्यान रखना इक्को ही चीज करैक्ट होनी चाहिए है लेरनैक्स वाले। पहले तुहानू लेरनैक्स का पता होना चाहिए हुंदा की है, ठीक है। ये कह सकते हैं कि जिहड़ी साडे अंदर वॉइस बॉक्स निकलदा, आवाज़ निकलदी है, ये उहदा घर है, ठीक है। या दूसरी गल कह सकते हैं कि जिहड़ी फेरनैक्स तो लैके ट्रेके तक दी जंक्शन दंद इहनूं कनैक्ट करके रखदा यही ऑर्गन। तो फिलहाल चैक कर लेने किहड़ी किहड़ी चीज़ां साडे वास्ते सही होणगियां अकॉर्डिंग टू क्वेश्चन नंबर 6 के अकॉर्डिंग लेरिनैक्स नूं लेके। ए ऑप्शन कहता की है इट प्रिवेंट फॉरेन ऑब्जेक्ट फ्रॉम एंटरिंग टू द ट्रैकिया। फॉरेन ऑब्जेक्ट का मतलब होंदा जिहड़ा असीं चीज़ खाने या पीने आ वो तुहाडे अपने सीधा ट्रैकिया दे विच एंटर होण तों की करदी है, बचांदी है, जो कि साडे वास्ते करैक्ट है। ए ऑप्शन सही है। उस तो बाद बी ऑप्शन कहता की है इट हाउसिस द वोकल कोर्ड्स। ये तो मैं तुहानूं दस ही चुक्या सी, जो असीं आवाज़ भी कढ़दे हां किसी भी चीज़ नूं लैके, ये उहदा घर है, यानी कि बी ऑप्शन भी सही है। हुण तुहाडे सामने दो ऑप्शन सही चली गईयां ते इत्थों पता लगूगा फिलहाल जे पढ़िया भी गया होगा तुहानूं ते इहदे विच एक आंसर आ जाऊगा जो दो ए और बी ऑप्शन नूं कलैक्ट करदा होएगा। तो सी ऑप्शन फिलहाल चेक कर लो। इट इज़ अ ऑर्गन मेड ऑफ द कार्टिलेज एंड कनैक्ट द फेरनैक्स टू ट्रैकिया। ये मैं तुहानूं दस ही चुक्या सी, जंक्शन का काम करूगा। तो भी साढ़े वास्ते की है, सही है। तो ऑप्शन नंबर जेडे तुहाडे वास्ते ए बी सी तीनों सही ने, तो इको ही आंसर साढ़े वास्ते सही बैठूगा, ऑल ऑफ दीज आर करैक्ट। तो आंसर की है साढ़े वास्ते डी ऑप्शन साढ़े वास्ते करैक्ट होएगा, यानी कि मेरे विचों ए और बी सी ऑप्शन सारे की कर देना, खत्म कर देना, ठीक है। तो डी ऑप्शन साढ़े वास्ते की है, करैक्ट होएगा, ठीक है, डी ऑप्शन क्वेश्चन नंबर 6 का। नैक्सट आओ क्वेश्चन नंबर 7 की कह रहे हैं। क्वेश्चन नंबर 7 कह रहे हैं ड्यूरिंग निमोनिया। निमोनिया तुहानूं सब नूं पता है एक बीमारी कह सकते हैं, बुखार कह सकते हैं, जो अक्सर आ जाता है, ठीक है। ड्यूरिंग निमोनिया विच ऑफ द फॉलोइंग गैट्स एक्यूमुलेटेड इन द लंग टिश्यू। कहता कि जो निमोनिया हुंदा है, ठीक है, तो वो लंग्स विच काफ़ी ज़्यादा मात्रा विच आई जे एक टिश्यू है, या कह सकते हैं एक आई जे एक चीज़ है जो लंग टिश्यू के विच ज़्यादा एक्यूमुलेट हो जाता है। तुहानूं जो मैं दस्सिया सीगा दो तरह के सैल्स होंगे ने, एक RBCs होंगे ने, एक WBCs होंगे ने। वाइट ब्लड सैल एक साढ़े पास होंगे रैड ब्लड सैल्स। तो रैड ब्लड सैल्स का तो लंग्स के विच काम होंदा ही है, ठीक है। जो RBC की मात्रा घट जाती है, WBC के मतलब की मात्रा वध जाती है, तो उस टाइम के जो बच्चे होंदा है बुखार, वो साढ़े वास्ते किहड़ा होगा, निमोनिया होगा। तो लंग्स टिश्यू के जो ज़्यादा तौर पर तुहाडा अपना कम्यूलेट हो जाता है, वो साढ़े वास्ते की होगा, WBC, जिन्होंने असीं की बोलते हैं फ्लूइड ऑफ वाइट ब्लड सैल। तो जो आंसर बनूगा साढ़े वास्ते वो किहड़ा होगा, बी आंसर बनूगा। इत्थे मैंशन किया हुआ शॉर्ट फॉर्म के RBC साढ़े वास्ते रैड ब्लड सैल हुंदा है,
WBC ਸਾਡੇ ਵਾਸਤੇ ਕੀ ਹੁੰਦਾ ਹੈ? ਵਾਈਟ ਬਲੱਡ ਸੈੱਲ ਹੁੰਦਾ ਹੈ। ਤਾਂ ਆਨਸਰ ਸਾਡੇ ਵਾਸਤੇ 7th ਦਾ ਬਣੇਗਾ B। ਠੀਕ ਹੈ ਜੀ। ਨੈਕਸਟ ਆਓ, ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 8। ਡਿਊਰਿੰਗ ਵਿਚ ਰੈਸਪੀਰੇਸ਼ਨ ਦ ਰੈਸਪੀਰੇਟਰੀ ਪਿਗਮੈਂਟਸ ਹੋਮੋਗਲੋबिन ਕੰਬਾਈਨਡ ਵਿਦ ਆਕਸੀਜਨ ਇਨ ਦਾ ਲੰਗਸ। ਹੁਣ ਪੰਜਾਬੀ ਦੇਖੋ ਕੀ ਕਹਿੰਦਾ ਇਹਦੇ ਵਿੱਚ, ਕਹਿੰਦਾ ਪੰਜਾਬੀ ਦੇ ਅਕੋਰਡਿੰਗ ਕੀ ਕਹਿ ਰਿਹਾ ਹੈ, ਜੋ ਕਿਹੜੀ ਰੈਸਪੀਰੇਸ਼ਨ ਹੈ ਜਿਹਦੇ ਵਿੱਚ ਸਾਡੇ ਆਪਣੇ ਜਿਹੜਾ ਇੱਕ ਤਰ੍ਹਾਂ ਦਾ ਕਹਿ ਸਕਦੇ ਕਿ ਜਿਹੜਾ ਖੂਨ ਹੈ ਹੋਮੋਗਲੋबिन ਦੀ ਪਿਗਮੈਂਟਸ ਨੇ ਉਹ ਆਕਸੀਜਨ ਵਿੱਚ ਕੰਬਾਈਨ ਹੋ ਕੇ ਲੰਗਸ ਦੇ ਵਿੱਚ ਚਲੀ ਜਾਂਦੀ ਹੈ। ਇਟ ਮੀਨ ਕਿ ਸਾਰਾ ਖੂਨ ਹੀ ਸਰਕੂਲੇਟ ਹੁੰਦਾ ਹੈ, ਦੇਖਣ 'ਚ ਇਹੀ ਕਹਿ ਰਿਹਾ। ਠੀਕ ਹੈ, ਯਾਨੀ ਕਿ ਖੂਨ ਤੁਹਾਡੇ ਆਪਣੇ ਆਕਸੀਜਨ ਵਿੱਚ ਮਿਲ ਕੇ ਤੁਹਾਡੇ ਆਪਣੇ ਕਾਰਟਿਲੇਜ ਟਿਸ਼ੂ ਦੇ ਵਿੱਚ ਜਾਂਦਾ ਹੈ, ਯਾਨੀ ਕਿ ਬਲੱਡ ਸਟੈਮਸ ਦੇ ਵਿੱਚ ਜਾਂਦਾ ਤਾਂ ਸਰਕੂਲੇਟਰੀ ਸਿਸਟਮ ਹੁੰਦਾ ਹੈ। ਤਾਂ ਆਪਸ਼ਨ ਫਿਲਹਾਲ ਚੈੱਕ ਕਰ ਲੈਣ ਕਿਹੜੀ ਕਿਹੜੀ ਆਪਸ਼ਨ ਹੈ ਤੁਹਾਡੇ ਵਾਸਤੇ। ਐਕਰੋਬੈਟਿਕ, ਬਿਗ ਸੈਲੂਲਰ, ਜਾਂ ਸਾਡੇ ਵਾਸਤੇ ਐਕਸਟਰਨਲ ਹੈ, ਜਾਂ ਸੀ ਸਾਡੇ ਵਾਸਤੇ ਇੰਟਰਨਲ ਹੈ। ਤਾਂ ਦੇਖਿਆ ਜਾਵੇ ਨਾ ਹੀ ਐਕਸਟਰਨਲ ਬਣੂਗੀ ਨਾ ਹੀ ਤੁਹਾਡੇ ਵਾਸਤੇ ਇੰਟਰਨਲ ਬਣੂਗੀ। ਉਸ ਤੋਂ ਬਾਅਦ ਲਾਸਟ ਆਪਸ਼ਨ ਸਾਡੇ ਵਾਸਤੇ ਸਰਕੂਲੇਟਰੀ ਹੈ। ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿਉਂਕਿ ਇੱਥੇ ਖੂਨ ਦੀ ਗੱਲ ਕੀਤੀ ਜਾ ਰਹੀ ਹੈ, ਆਕਸੀਜਨ ਦੀ ਗੱਲ ਕੀਤੀ ਜਾ ਰਹੀ ਹੈ, ਔਰ ਈਵਨ ਕਿ ਤੁਹਾਡੇ ਆਪਣੇ ਲੰਗਸ ਦੀ ਗੱਲ, ਫੇਫੜੇ ਦੀ ਗੱਲ ਕੀਤੀ ਜਾ ਰਹੀ ਹੈ। ਤੇ ਤਿੰਨੋਂ ਔਰਗਨ ਨੇ। ਠੀਕ ਹੈ, ਤੇ ਸਾਡੇ ਵਾਸਤੇ ਕਿਹੜਾ ਬਣੂਗਾ ਇਹਦੇ ਵਿੱਚ? ਸਰਕੂਲੇਟਰੀ। ਤਾਂ ਕੁਐਸਚਨ ਨੰਬਰ D ਜਿਹੜਾ ਤੁਹਾਡਾ ਆਪਣਾ ਬਣੇਗਾ ਉਹ ਇੱਕ ਤਰ੍ਹਾਂ ਦਾ ਇਹਦੇ ਵਿੱਚ D ਵੀ ਬਣ ਸਕਦਾ ਹੈ, ਇਹ ਧਿਆਨ ਰੱਖਣਾ। ਲੇਕਿਨ ਬੇਟੇ ਧਿਆਨ ਰੱਖਿਓ ਕੁਐਸਚਨ ਦੇ ਵਿੱਚ ਕੁਛ ਵੀ ਪੁੱਛਿਆ ਜਾ ਸਕਦਾ ਹੈ। ਮੈਂ ਤਾਂ ਤੁਹਾਨੂੰ ਇਹ ਚੀਜ਼ ਦੱਸੀ ਹੈ ਕਿ ਇਹਦਾ ਆਨਸਰ D ਬਣ ਸਕਦਾ ਸਰਕੂਲੇਟਰੀ। ਲੇਕਿਨ ਅਗਰ ਕੁਐਸਚਨ ਦੇ ਵਿੱਚ ਤੁਹਾਨੂੰ ਫਿਲਹਾਲ ਚੈੱਕ ਕੀਤਾ ਹੋਵੇ, ਮੈਂ ਆਨਸਰ ਇੱਥੇ ਲਿਖਤਾ D, ਇਹ ਗਲਤ ਵੀ ਹੈ ਪਰ ਇਹਦੇ ਤਰੀਕੇ ਨਾਲ ਤੁਹਾਨੂੰ ਸਹੀ ਵੀ ਦੱਸਣ ਜਾ ਰਿਹਾ। ਠੀਕ ਹੈ, ਮੈंने ਇੱਥੇ ਤੁਹਾਨੂੰ ਇਗਨੋਰ ਕੀਤਾ ਸੀ ਕਿ B ਔਰ C ਇਗਨੋਰ ਕਰ ਦਿਓ। ਕਾਰਨ ਕੀ ਹੈ, ਕਿਉਂ ਦੱਸਿਆ ਸੀਗਾ? ਕਿਉਂਕਿ ਇੱਥੇ ਰੈਸਪੀਰੇਟਰੀ ਪਿਗਮੈਂਟ ਹੋਮੋਗਲੋबिन ਦੇ ਨਾਲ ਆਕਸੀਜਨ 'ਚ ਮਿਲੇ ਹੋਏ ਹੈ। ਪਰ ਕੁਐਸਚਨ ਚੈੱਕ ਕਰੋ, ਉਹਨੂੰ ਪੁੱਛਿਆ ਵੀ ਵਿਚ ਰੈਸਪੀਰੇਸ਼ਨ, ਉਹ ਰੈਸਪੀਰੇਸ਼ਨ ਸਾਡੇ ਵਾਸਤੇ ਕਿਹੜੀ ਹੋਊਗੀ? ਉਹ ਸਰਕੂਲੇਟਰੀ ਰੈਸਪੀਰੇਸ਼ਨ ਤਾਂ ਹੁੰਦੀ ਨਹੀਂ, ਉਹ ਸਾਡੇ ਵਾਸਤੇ ਜਾਂ ਤਾਂ ਇੰਟਰਨਲ ਹੋਊਗੀ ਐਕਸਟਰਨਲ ਹੋਊਗੀ। ਮੰਨ ਕੇ ਚੱਲੋ ਅਗਰ ਮੈਂ ਕੁਐਸਚਨ 'ਚ ਆਹ ਚੀਜ਼ ਖਤਮ ਕਰਦਾ, ਠੀਕ ਹੈ, ਆਹ ਲਾਈਨ ਹੀ ਖਤਮ ਕਰਦਾ ਤਾਂ ਤੁਹਾਡੇ ਵਾਸਤੇ ਸਰਕੂਲੇਟਰੀ ਬਣ ਜੂਗੀ, ਯਾਨੀ ਕਿ 8th ਕੁਐਸਚਨ ਦਾ D ਆਨਸਰ ਬਣ ਜੂਗਾ। ਫਿਰ ਨੇ ਐਕਸਟਰਨਲ ਇੰਟਰਨਲ ਟਿਕ ਮਾਰ ਕਰਕੇ ਆਨੇ। ਅਗਰ ਮੈਂ ਤੁਹਾਡੇ ਸਾਹਮਣੇ ਆਹ ਚੀਜ਼ ਨਾ ਇਰੇਸ ਕਰਾਂ ਤਾਂ ਇੱਥੇ ਜਿਹੜੀ ਤੁਹਾਡੀ ਆਪਣੀ ਰੈਸਪੀਰੇਸ਼ਨ ਬਣੂਗੀ ਉਹ ਰੈਸਪੀਰੇਸ਼ਨ ਸਾਡੇ ਵਾਸਤੇ ਕਿਹੜੀ ਬਣੂਗੀ? ਐਕਸਟਰਨਲ ਬਣੂਗੀ। ਇਹ ਧਿਆਨ ਰੱਖਣਾ, ਮੈਂ ਦੋਨੋਂ ਆਪਸ਼ਨਾਂ ਦੱਸੀਆਂ ਨੇ। ਅਗਰ ਉਹ ਲਾਈਨ ਨਾ ਹੁੰਦੀ ਤਾਂ ਫਿਰ ਸਰਕੂਲੇਟਰੀ ਹੁੰਦਾ, ਅਦਰਵਾਈਜ਼ ਸਾਡੇ ਵਾਸਤੇ ਕਿਹੜਾ ਬਣ ਜੂਗਾ ਇਹਦੇ ਵਿੱਚ? ਕੁਐਸਚਨ ਨੰਬਰ 8 ਦਾ B ਬਣ ਜੂਗਾ। ਇਹ ਧਿਆਨ ਰੱਖਿਓ ਜੀ। ਠੀਕ ਹੈ, ਕਲੀਅਰ ਹੈ। ਨੈਕਸਟ ਆਓ 9th ਕੁਐਸਚਨ। ਸੀਲੀਆ ਐਂਡ ਮੋਕੂਲਸ, ਜਿਹਨੂੰ ਅਸੀਂ ਕੀ ਬੋਲਦੇ ਆ? ਮੋਕਸ ਵੀ ਕਹਿ ਸਕਦੇ ਹਾਂ, ਮੁਕੂਸ ਕਹਿ ਸਕਦੇ ਹਾਂ। ਆਰ ਫਾਊਂਡ ਇਨ, ਇਹ ਕਿੱਥੇ ਪਾਇਆ ਜਾਂਦਾ ਹੈ? ਸੀਲੀਆ ਉਹ ਤੁਹਾਡਾ ਆਪਣਾ ਮਿਊਕਸ ਜਿਹੜਾ ਹੈਗਾ ਉਹ ਕਿੱਥੇ ਪਾਇਆ ਜਾਂਦਾ ਹੈ? ਤਾਂ ਤੁਹਾਨੂੰ ਸਭ ਨੂੰ ਪਤਾ ਹੈ ਇਹ ਜਦੋਂ ਮਿਊਕਸ ਔਰ ਸੀਲੀਆ ਦੀ ਗੱਲ ਕਰਦੇ ਆ ਤਾਂ ਸਿੱਧਾ ਰਿਲੇਸ਼ਨ ਇਹਦਾ ਟ੍ਰੈਚੀਆ ਨਾਲ ਹੁੰਦਾ ਜਾਂ ਟ੍ਰੈਕੀਆ ਨਾਲ ਹੁੰਦਾ ਹੈ। ਤਾਂ ਆਪਸ਼ਨ ਫਿਲਹਾਲ ਚੈੱਕ ਕਰ ਲਓ ਕਿਹੜੀ ਕਿਹੜੀਆਂ ਨੇ। ਇਹ ਆਪਸ਼ਨ ਹੈ ਟ੍ਰੈਚੀਆ, ਜੋ ਰਾਈਟ ਆਨਸਰ ਇਹੀ ਬਣੂਗਾ ਤੁਹਾਡਾ ਫਿਲਹਾਲ। B ਆਪਸ਼ਨ ਸਾਡੇ ਵਾਸਤੇ ਗਲੋਟਿਸ, ਜਾਂ C ਆਪਸ਼ਨ ਸਾਡੇ ਵਾਸਤੇ ਲੈਰੀਨੈਕਸ, ਜਾਂ D ਆਪਸ਼ਨ ਸਾਡੇ ਵਾਸਤੇ ਐਪੀਗਲੋਟਸ। ਤਾਂ ਆਨਸਰ ਸਿੱਧਾ ਹੀ ਮੈਨੂੰ ਦਿੱਤਾ ਹੋਇਆ ਇਹਦੇ ਵਿੱਚ A ਆਪਸ਼ਨ। ਬਾਕੀ ਚੀਜ਼ਾਂ ਪੜ੍ਹ ਲਓ ਅਗਰ ਤੁਹਾਨੂੰ ਸਮਝ ਆਉਂਦੀਆਂ ਨੇ। ਵੈਸੇ ਤਾਂ ਆਨਸਰ ਤੁਹਾਨੂੰ ਸਾਹਮਣੇ ਦਿੱਤਾ ਹੋਇਆ, ਕਿਸੇ ਦਾ ਕੋਈ ਰਿਲੇਸ਼ਨ ਨਹੀਂ ਹੈਗਾ ਤੁਹਾਡਾ ਆਪਣੇ ਸੀਲੀਆ ਔਰ ਮਿਊਕਸ ਦੇ ਨਾਲ। ਠੀਕ ਹੈ, ਇਹ ਧਿਆਨ ਰੱਖਣਾ। ਮਿਊਕਸ ਤੁਹਾਨੂੰ ਸਭ ਨੂੰ ਪਤਾ ਹੈ ਇੱਕ ਸੋਲਟੀ ਕਹਿ ਸਕਦੇ, ਲਿਕਵਿਡ ਸਬਸਟੈਂਸ ਹੁੰਦਾ ਹੈ ਜੋ ਇੱਕ ਫੂਡ ਨੂੰ ਕੀ ਕਰਦਾ? ਲੁਬਰੀਕੇਟ ਕਰਦਾ ਤਾਂ ਕਿ ਉਹ ਦੂਸਰੇ ਜੰਕਸ਼ਨ ਦੇ ਵਿੱਚ ਪਹੁੰਚ ਸਕੇ। ਕੁਐਸਚਨ ਨੰਬਰ 9th ਦਾ ਕਿਹੜਾ ਆਨਸਰ ਆਊ ਤੁਹਾਡੇ ਵਾਸਤੇ? A ਆਪਸ਼ਨ ਆ ਜਾਊਗੀ। ਠੀਕ ਹੈ, ਨੈਕਸਟ ਆਓ ਕੁਐਸਚਨ ਨੰਬਰ 10th ਕੁਐਸਚਨ ਕਹਿੰਦਾ ਕੀ ਹੈ? ਪਹਿਲੀ ਗੱਲ ਤਾਂ ਡਿਊਰਿੰਗ ਐਕਸਪੀਰੇਸ਼ਨ ਦੀ ਗੱਲ ਕੀਤੀ ਗਈ ਹੈ, ਸਾਹ ਨੂੰ ਛੱਡਣ ਦੀ ਗੱਲ ਕੀਤੀ ਗਈ ਹੈ। ਕਹਿੰਦਾ ਕੀ ਹੈ? ਦ ਡਾਇਗ੍ਰਾਫ ਬਿਕਮਸ, ਜਿਹੜੀ ਡਾਇਗ੍ਰਾਫ ਹੈ ਸਾਡੇ ਵਾਸਤੇ ਉਹ ਕੀ ਬਣ ਜਾਊਗੀ? ਤੁਹਾਨੂੰ ਨਹੀਂ ਪਤਾ ਹੋਣਾ ਫਿਲਹਾਲ, ਤਾਂ ਧਿਆਨ ਰੱਖਣਾ ਜਦੋਂ ਡਾਇਗ੍ਰਾਫ ਦੀ ਗੱਲ ਕੀਤੀ ਹੁੰਦੀ ਐਕਸਪੀਰੇਸ਼ਨ ਦੇ ਵੇਲੇ, ਹੈ ਨਾ, ਐਕਸਪੀਰੇਸ਼ਨ ਦੇ ਵੇਲੇ ਤਾਂ ਇੱਕ ਸ਼ੇਪ ਦੇ ਵਿੱਚ ਆ ਜਾਂਦਾ, ਜਿਵੇਂ ਅਸੀਂ ਕਿਹੜੀ ਸ਼ੇਪ ਬੋਲਦੇ ਹਾਂ? ਡੋਮੋ ਸ਼ੇਪ ਬੋਲਦੇ ਹਾਂ। ਇਹ ਧਿਆਨ ਰੱਖਣਾ। ਠੀਕ ਹੈ, ਉਹ ਕਿਹੜੀ ਸ਼ੇਪ ਹੋਏਗੀ ਸਾਡੇ ਵਾਸਤੇ? ਡੋਮੋ ਸ਼ੇਪ ਹੋਏਗੀ। ਤਾਂ ਆਨਸਰ ਦਿੱਤਾ ਹੈ ਡੋਮੋ ਆਕਾਰ ਦਾ। B ਪੁਆਇੰਟ ਦਿੱਤਾ ਫਲੈਟਨਡ, ਜਿਹਨੂੰ ਅਸੀਂ ਚਪਟਾ ਬੋਲਦੇ ਹਾਂ। ਜਾਂ D ਆਪਸ਼ਨ C ਆਪਸ਼ਨ ਦਿੱਤੀ ਹੈ ਨਾਰਮਲ, ਔਰ D ਆਪਸ਼ਨ ਸਾਡੇ ਵਾਸਤੇ ਦਿੱਤੀ ਹੈ ਓਬਲੀਕਿਊ। ਇਹ ਧਿਆਨ ਰੱਖਣਾ। ਤਾਂ ਆਨਸਰ ਸਾਡੇ ਵਾਸਤੇ ਜਿਹੜਾ ਬਣੂਗਾ ਕੁਐਸਚਨ ਨੰਬਰ 10th ਦਾ ਉਹ A ਹੀ ਬਣੇਗਾ। ਕਲੀਅਰ ਹੈ ਜੀ? ਕਲੀਅਰ ਹੈ। ਨੈਕਸਟ ਆਓ ਕੁਐਸਚਨ ਨੰਬਰ 11th ਦੀ ਗੱਲ ਕਰਨ ਜਾ ਰਹੇ ਹਾਂ। ਕੁਐਸਚਨ ਨੰਬਰ 11 ਦੇ ਵਿੱਚ ਕੀ ਕਹਿੰਦਾ ਹੈ? ਇਨਵੋਲੰਟਰੀ ਬਰੀਥਿੰਗ ਇਜ਼ ਕੰਟਰੋਲਡ ਬਾਏ, ਜਦੋਂ ਅਸੀਂ ਆਪਣੀ ਬਿਨਾਂ ਇੱਛਾ ਤੋਂ, ਠੀਕ ਹੈ, ਸਾਹ ਲੈਂਦੇ ਆ ਤਾਂ ਉਹਨੂੰ ਕੰਟਰੋਲ ਕੌਣ ਕਰੂਗਾ? ਕੌਣ ਕੰਟਰੋਲ ਕਰਦਾ ਹੈ? ਠੀਕ ਹੈ, ਧਿਆਨ ਰੱਖਿਓ ਕੀ ਗੱਲ ਕਰ ਰਿਹਾ? ਇਨਵੋਲੰਟਰੀ ਬਰੀਥਿੰਗ ਦੀ ਗੱਲ ਕਰਨ ਜਾ ਰਹੇ ਨੇ ਉਹ। ਠੀਕ ਹੈ, ਤਾਂ ਆਪਸ਼ਨਾਂ ਫਿਲਹਾਲ ਚੈੱਕ ਕਰ ਲੈਂਦੇ ਵਿੱਚ ਕਿਹੜੀ ਕਿਹੜੀ ਆਪਸ਼ਨਾਂ ਨੇ? ਦੀ ਪਲਮਨਰੀ, ਆਰਟੀਕੂਲੇਟਸ,
बी ऑप्शन साडे वास्ते दी ब्रोंकाई, सी ऑप्शन साडे वास्ते एल्वेओलर कैपिलरी नेटवर्क या साडे वास्ते न्यूरॉन्स। तो ध्यान रखियो मैं बाकी लाइन नहीं पढ़ूंगा। न्यूरॉन्स ही अगर लोकेट होन तुहाडे अपने किहदे विच, नीचे आंसर देख लें मेडुला और पॉन्स होणगे। हाँ जी, तो आंसर साडे वास्ते सिर्फ यही बनूगा क्वेश्चन नंबर ਇਹਦਾ ਜਿਹੜਾ ਆਪਸ਼ਨ ਬਣੇਗੀ ਤੁਹਾਡੇ ਵਾਸਤੇ ਉਹ ਕਿਹੜੀ ਬਣੂਗੀ, क्वेश्चन नंबर 11 ਦੀ ਡੀ ਆਪਸ਼ਨ ਬਣ ਜਾਊਗੀ। ਠੀਕ ਹੈ, ਡੀ ਨਿਊਰੋਨਸ ਹੋਣੇ ਚਾਹੀਦੇ ਤੁਹਾਡੇ ਆਪਣੇ ਕਿਹਦੇ ਵਿੱਚ, ਮੈਡਲ ਔਰ ਪੌਨਸ ਦੇ ਵਿੱਚ, ਇਹ ਧਿਆਨ ਰੱਖਣਾ। ਠੀਕ ਹੈ, ਨੈਕਸਟ ਆਓ क्वेश्चन नंबर 12 ਦੀ ਗੱਲ ਕਰਦੇ ਹਾਂ। 11 ਤੱਕ ਸਭ ਦੇ ਕੁਐਸਚਨ ਕਲੀਅਰ ਹੋ ਗਏ ਹੋਣਗੇ। ਵੈਸੇ ਅਗਰ ਤੁਹਾਨੂੰ ਲੱਗਦਾ ਕਿ ਡਾਊਟ ਹੈ ਤੇ ਇਹਦੇ ਨੀਚੇ ਆਨਸਰ ਕੀ ਦਿੱਤੀ ਹੋਈ ਹੈ ਤੁਹਾਨੂੰ ਆਪਣੇ, ਠੀਕ ਹੈ, ਤਾਂ ਤੁਹਾਨੂੰ ਉਹਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ। ਵਟ ਇਜ਼ ਦ ਨੇਮ ਆਫ ਦ ਟਾਈਨੀ ਏਅਰ ਸਕਾਸ ਇਨ ਯੂਰ ਲੰਗਸ। ਕਹਿੰਦਾ ਜਿਹੜੀ ਤੁਹਾਡੀ ਆਪਣੀ ਛੋਟੀ ਜਿਹੀ ਹਵਾ ਹੁੰਦੀ ਹੈ, ਥੋੜੀ ਜਿਹੀ ਹਵਾ ਹੁੰਦੀ ਹੈ, ਇਹ ਤੁਹਾਡੇ ਆਪਣੇ ਕਹਿ ਸਕਦੇ ਆ ਕਿ ਲੰਗਸ ਦੇ ਵਿੱਚ ਕਿਹੜੀ ਥੈਲੀ ਦੇ ਵਿੱਚ ਹੁੰਦੇ ਨੇ। ਠੀਕ ਹੈ, ਇਹ ਧਿਆਨ ਰੱਖਣਾ ਥੈਲੀਆਂ ਦੀ ਗੱਲ ਕੀਤੀ ਗਈ ਹੈ ਫਿਲਹਾਲ, ਤਾਂ ਪੰਜਾਬੀ 'ਚ ਮੈਂਸ਼ਨ ਕੀਤਾ ਛੋਟੀ ਟਾਈਨੀ ਏਅਰ ਸਕਾਸ ਮਤਲਬ ਹੁੰਦੇ ਛੋਟੀ ਛੋਟੀ ਥੈਲੀਆਂ, ਇੱਕ ਮਤਲਬ ਥੈਲੇ ਦੀ ਫਾਰਮ ਦੇ ਵਿੱਚ ਹੁੰਦੀ ਹੈ। ਤਾਂ ਐਲੋਵਲੀ ਸਾਡੇ ਵਾਸਤੇ ਅੰਗੂਰ ਦੀ ਸ਼ੇਪ 'ਚ ਹੁੰਦੀ ਹੈ, ਤੁਹਾਨੂੰ ਦੱਸਿਆ ਸੀਗਾ ਗ੍ਰੇਪਸ ਟਾਈਪ ਸ਼ੇਪ ਦੇ ਵਿੱਚ ਹੋਊਗੀ। ਤਾਂ ਆਨਸਰ ਤੁਹਾਡੇ ਵਾਸਤੇ ਐਲੋਵਲੀ ਆਉਣਾ ਜ਼ਰੂਰੀ ਹੈ। ਤਾਂ ਆਪਸ਼ਨ ਫਿਲਹਾਲ ਚੈੱਕ ਕਰ ਲੈਣ ਇਹਦੇ ਵਿੱਚ ਕਿਹੜੀ ਕਿਹੜੀ ਆਪਸ਼ਨ ਹੈ ਤੁਹਾਡੇ ਵਾਸਤੇ। ਬ੍ਰੋਂਕਾਈਸ ਜਾਂ ਸਾਡੇ ਵਾਸਤੇ ਰੈਵਲਰੀ, ਇਹ ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੁੰਦੀ, ਨਾ ਹੀ ਸਾਡੇ ਵਾਸਤੇ ਏ ਆਊਗੀ। सी ऑप्शन साढ़े वास्ते दिती हुई एल्वेली और डी ऑप्शन साढ़े वास्ते दिती हुई है ब्रोनॉक्स। तो ध्यान रखना ऑप्शन साढ़े वास्ते एक ही है जो थैली की फॉर्म च ग्रेप्स की फॉर्म च होंगी है, दैट्स कॉल सी आंसर साडा की होगा राइट होगा क्वेश्चन नंबर 12 का। ठीक है जी, नैक्सट आओ क्वेश्चन नंबर 13 की गल करिए। द वॉइस बॉक्स इज आल्सो जो साढ़े वास्ते आवाज़ कड्ढन का होंगे साढ़े वास्ते की होगा लैरिंक्स। बहुत बारी हो चुकी है, ऑप्शन भी तुहानू सामने दी हुई ने, बाकी ऑप्शन पढ़ने की लोड़ नहीं है, ये जो तुम करोगे तुम आपने ही पता लग जाऊगा। ठीक है जी, नैक्सट आओ क्वेश्चन नंबर 14। द टाइनी ईयर्स दैट कीप म्यूकस, हुण उहदे विच ओबवियस म्यूकस भी होगा। ठीक है, एक एंड द डर्ट उहदे च मिट्टी भी होगी। आउट ऑफ ईयर लंग्स जो तुहाडे फेफड़े चों बाहर निकलूगी तो उहनूं की बोलदे आ। याद रखो तुहानूं पहला कहा सीगा सीलिया का फॉर्मूला साडे वास्ते की हुंदा, सीलिया का फॉर्मूला साडे वास्ते हुंदा म्यूकस प्लस साडे वास्ते की हुंदा डर्ट हुंदा। ठीक है, तो क्वेश्चन अकॉर्डिंग तुहानूं दोनों चीज़ दिते भी है, म्यूकस भी दी हुई है, तुहानूं डर्ट भी दिता हुआ है। तो ऑप्शन तुहानूं पता होना चाहिए सीलिया आना जरूरी है, पर आप ऑप्शन पढ़ लेने आ। क्वेश्चन नंबर 14 के विच ऑप्शन दी हुई ने। ए ऑप्शन कहता कि है लंग हेयर्स, बी ऑप्शन साडे वास्ते कहता कि है स्टबल, या सी ऑप्शन साडे वास्ते कहता कि ब्राउनी होल्स, या डी ऑप्शन साडे वास्ते की कहता है सीलिया। ठीक है, तो ऑप्शन थोड़े सामने दी हुई है, डेट्स कोला डी। तो ऑप्शन साडे वास्ते दी हुई है डेट्स कोला डी। ठीक है, ये ध्यान रखना। नैक्सट आओ क्वेश्चन नंबर 15। क्वेश्चन नंबर 15 च की कह रहे हैं, नेम या वट इज द इंस्ट्रूमेंट दैट measures the amount of air inhaled and exhaled with each breath। जो ਅਸੀਂ ਉਹ ਇੰਸਟਰੂਮੈਂਟ ਦਾ ਨਾਮ ਦੱਸੋ ਜਦੋਂ ਅਸੀਂ ਹਵਾ ਨੂੰ ਲੈਂਦੇ ਵੀ ਹਾਂ ਔਰ ਹਵਾ ਨੂੰ ਛੱਡਦੇ ਵੀ ਹਾਂ। ਤਾਂ ਇੱਥੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿਹੜੀ ਚੀਜ਼ ਹੋਊਗੀ। ਤਾਂ ਉਸ ਮੀਟਰ ਨੂੰ, ਉਸ ਇੰਸਟਰੂਮੈਂਟ ਨੂੰ ਅਸੀਂ ਕੀ ਬੋਲਦੇ ਆ, ਸਪਾਇਰੋਮੀਟਰ ਬੋਲਦੇ ਆ। ਇਹ ਧਿਆਨ ਰੱਖਿਓ ਜੀ। ਠੀਕ ਹੈ, ਆਨਸਰ ਚੈੱਕ ਕਰ ਲਓ, ਕੁਐਸਚਨ ਚੈੱਕ ਕਰ ਲਓ, ਆਪਸ਼ਨ ਦੇਖ ਲਓ ਕੀ ਹੁੰਦੀਆਂ ਨੇ। ਉਸ ਨੂੰ ਅਸੀਂ ਕੀ ਬੋਲਦੇ, ਫਿਗਨੋਮੀਟਰ ਬੋਲਦੇ ਆ, ਨੋ। ਉਸ ਤੋਂ ਬਾਅਦ ਉਹਨੂੰ ਅਸੀਂ ਹਾਈਡਰੋਮੀਟਰ ਬੋਲਦੇ ਆ, ਨੋ। ਉਹਨੂੰ ਅਸੀਂ ਸੈਥੋਸਕੋਪ ਬੋਲਦੇ ਆ, ਨੋ। ਤਾਂ ਉਹਨੂੰ ਅਸੀਂ ਕੀ ਬੋਲਾਂਗੇ, ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀ, ਸਪਾਇਰੋਮੀਟਰ ਬੋਲਦੇ ਆ। ਤਾਂ ਸਾਡੇ ਵਾਸਤੇ ਕੀ ਆਊਗਾ, ਰਾਈਟ ਆਨਸਰ ਆਊਗਾ ਡੀ ਆਪਸ਼ਨ ਸਾਡੇ ਵਾਸਤੇ ਕੀ ਹੈ, ਰਾਈਟ ਆਨਸਰ ਹੋਊਗੀ। ਠੀਕ ਹੈ, ਇਹ ਮੀਟਰ ਦਾ ਨਾਮ ਯਾਦ ਰੱਖਣਾ, ਪੇਪਰ 'ਚ ਪੁੱਛ ਲੈਂਦੇ ਨੇ। ਸਪਾਇਰੋਮੀਟਰ ਹੁੰਦੀ ਹੈ ਉਸ ਇੰਸਟਰੂਮੈਂਟ ਨੂੰ ਅਸੀਂ ਕੀ ਬੋਲਾਂਗੇ। ਕੁਐਸਚਨ ਨੰਬਰ 16। ਕੁਐਸਚਨ ਨੰबर 16 'ਚ ਕੀ ਕਹਿ ਰਹੇ ਹੈ, द अमाउंट ऑफ एयर अ परसन टेक्स ड्यूरिंग नॉर्मल, जो एक बंदा नॉर्मल टाइम के हवा मतलब हवा ਨੂੰ ਲੈਂਦਾ ਹੈ, ਰੈਸਟ ਔਰ ਬਰੀਥਿੰਗ मतलब ਉਸਨੂੰ ਅਸੀਂ ਕਹਿ ਸਕਦੇ ਹਾਂ, ਉਸਨੂੰ ਅਸੀਂ ਕੀ ਬੋਲਾਂਗੇ। ਤਾਂ ਧਿਆਨ ਰੱਖਿਓ ਉਸਨੂੰ ਅਸੀਂ ਕੀ ਬੋਲਾਂਗੇ। ए ऑप्शन है उस डेड स्पेस बोलांगे, बी ऑप्शन साडे वास्ते टाइडल वॉल्यूम होगा, सी ऑप्शन टाइडल कैपेसिटी, ये तो हो ही नहीं सकती, आप हुणी पढ़ के आए हैं, या वेंटिलेशन रेट होगा, और ये भी नहीं हो सकता। तब बची दो, तो ध्यान रखना जो बोलूगा सधारण टाइम च या रेस्ट लैन के टाइम के साह नूं लैन दी और साह नूं छड्डण दी, या फिर कह सकते साह नूं लैन दी चीज़ नूं असीं की बोलांगे, टाइडल वॉल्यूम बोलांगे। तो जिहड़ा आंसर आऊगा साडे वास्ते क्वेश्चन नंबर 16 का, और साडे वास्ते किहड़ा होगा, बी ऑप्शन होएगी। ठीक है जी, नैक्सट आओ क्वेश्चन नंबर 17। कुछ क्वेश्चन तुहानूं मुश्किल जरूर लगणगे लेकिन ईजी ने, ध्यान रखना। क्वेश्चन नंबर 17, द लंग्स आर कवर्ड बाय अ 2 लेयर मेम्ब्रेन इज कॉल्ड। ऑप्शन क्वेश्चन दिखाई दे रहा होगा फिलहाल,
द लंग्स आर कवर्ड बाय 2 लेयर मैम्ब्रेन। जो थोड़ी लंग्स की गल की जाती है और 2 लेयरां की गल की जाऊगी तो साडे वास्ते लेयरां नूं प्लेओरा बोलते हैं। लेयरां तो प्लेओरा देख लियो, ठीक है। तो की होगा, ए ऑप्शन है प्लेओरा, या बी ऑप्शन है साडे वास्ते डायग्राफ, ये नहीं हो सकता। सी ऑप्शन है साडे वास्ते रेस्पिरेटरी मैम्ब्रेन, या डी ऑप्शन साडे वास्ते इंटरकोस्टल मसल्स। तो ध्यान रखियो, 2 परतां वाली झिल्ली की गल की गई है तो साडे वास्ते किहड़ा बनूगा, प्लेओरा। तो ऑप्शन नंबर 17 क्वेश्चन का ऑप्शन नंबर तुहाडे वास्ते की बन जूगा, ए ऑप्शन। तो साडे वास्ते की है, प्लेओरा। ये ध्यान रखना जी, ठीक है। नैक्सट आओ क्वेश्चन नंबर 18 की गल करिए। क्वेश्चन नंबर 18 तुहानूं स्क्रीन ते दिखाई दे रहा होगा की कह रहे विच डैश ऑफ द 4 पार्ट ऑफ रेस्पिरेशन। कहता कि ये तुहाडे वास्ते कि रेस्पिरेशन के 4 पार्ट ने। तो एक पार्ट की गल करते ऑक्सीजन और कार्बन डाइऑक्साइड की, जो असी एक्सचेंज करते हैं तो साडे वास्ते की होगा। इस किते भी ब्लड की गल नहीं की, किते लंग्स की गल नहीं की, तो वो रेस्पिरेशन असी की रेस्पिरेशन बोलांगे, अंदरूनी साह लेना, जिन्होंने असी की बोलते हैं, इंटरनल रेस्पिरेशन बोलते हैं। तो जो आंसर बनूगा वो तुहाडे वास्ते क्वेश्चन नंबर 18 का की बन जूगा, डी आंसर बनूगा, ठीक है। उस तो बाद हुणे तो गल की तुहाडे वास्ते उन्होंने इंटरनल रेस्पिरेशन बोलते हैं, है ना। तो अगला क्वेश्चन भी थोड़ा जिहा चेंज कह सकते, तो बॉडी सैल्स की गल करते हैं, तो यह जो आंसर बनूगा यदा भी किहड़ा बनूगा, इंटरनल रेस्पिरेशन बनूगा। क्वेश्चन नंबर डी का भी सेम है, सॉरी क्वेश्चन नंबर 19 का भी सेम है, और साडे वास्ते डी ऑप्शन है। थोड़ा बहुत चेंज है, बाकी सारी चीज़ां सेम ने। ये ध्यान रखना, रिपीटिड क्वेश्चन एक तरह का कह सकते आप। क्लीयर है, क्लीयर है जी, क्लीयर है। ये भी जोड़ा तुहाडा बनूगा तुहाडे वास्ते वो ऑप्शन दी हुई है 19 क्वेश्चन की, इंटरनल रेस्पिरेशन, ठीक है जी। और 18 क्वेश्चन की भी ऑप्शन सेम सी, इंटरनल रेस्पिरेशन, कन्फ्यूज ना होना, ठीक है। नैक्सट आओ क्वेश्चन नंबर 20 की गल करिए। क्वेश्चन नंबर 20 की कहता है, परसनस वैट विद एन एक्सीडेंट, जो एक बंदे का एक्सीडेंट हो जाता है एंड डाइड इंस्टेंटली, और एकदम मर जाता है विदाउट एन इंजरी, जो कोई भी इंजरी नहीं होंगी, टू हार्ट, ब्रेन, स्टमक एंड द किडनी। तो उन्होंने असीं की बोलते हैं, विच ऑफ द फ्लोइंग द रीजन फॉर हिज डेथ, और डेथ का रीजन साडे वास्ते की होएगा। तो ध्यान रखियो, उन्होंने असीं डोमो शेप बोलते हैं, ठीक है। तो इत्थों पता लगू डोमो शेप की हो चुकी है, खत्म हो चुकी है, डिफ्यूज हो चुकी है, डी फ्लैट हो चुकी है। तो ऑप्शन चेक कर लो, जो डोमो शेप लेंदी सी साडे वास्ते किहड़ा हुंदा सी, डायफ्राम हुंदा सी, ठीक है। तो ऑप्शन चेक कर लो किहड़ी होगी, इंसिडेंट गॉट ट्विस्टेड, कि वो अंतड़ी मुड़ चुकी है, आरबीसी बिकम द कॉन्गुलेटेड, मतलब जमा हो चुकी है, मतलब खून का दौरा ही रुक चुका होगा, स्टमक स्टॉप डाइजेशन, या साडे वास्ते की होगा, डायग्राफ गॉट पंक्चर्ड। इत्थे पंक्चर लिखा हुआ है, तुहानूं डीफ्लैक्टेड की गल की थी। तो ध्यान रखना, ये कोई मर्जी ऑप्शन पूछी जा सकती है, बट ऑप्शन तुहाडे अकॉर्डिंग किहड़ी होनी चाहिए है, दिस वन, ये चीज़ होनी जरूरी है। तो ऑप्शन नंबर जी बनूगी क्वेश्चन नंबर 20 की, वह भी कि बनूगी तुहाडे वास्ते, डी ऑप्शन बनूगी। ये भी ध्यान रखना जी, ठीक है। नैक्सट आओ क्वेश्चन नंबर 21, अफीजिया आकर्स ड्यू टू, जी अफीजिया होने का कारण की है। कहता की है, ऑप्शन के अकॉर्डिंग चेक कर लो, राइज इन द लैवल ऑफ CO2, कार्बन डाइऑक्साइड का लैवल बढ़ जाता है, जो राइट आंसर भी है। बाकी देख लेने, फॉल इन द लेवल ऑफ CO2, राइज द लेवल O2, या फॉल इन द लेवल ऑफ द O2। तो ऑप्शन साडे वास्ते इक्को ही दी हुई, बाकी ऑप्शन मैंने पढ़तियां। तो ऑप्शन नंबर तुहाडे वास्ते ए जी हैगी साडे वास्ते राइट आंसर हुंदा। अफीजिया के वधन या अफीजिया होने का कारण की हुंदा है, जो CO2 के लैवल की हो जाता है, बढ़ जाता है, ठीक है। 21 का ए ऑप्शन है। नैक्सट आओ, वैन द ऑक्सीजन सप्लाइज टू द टिश्यूज इज इनएडिक्वेट, जो ऑक्सीजन सप्लाई थोड़े टिश्यूज के विच आम तौर पर ज़्यादा हो जाती है नैसेसरी के नालों, तो इसनूं कंडीशन असीं की बोलांगे। तो ध्यान रखियो, ऑफीजिया तो अगला ही जंक्शन हुंदा साडे वास्ते हाइफॉक्सिया, ठीक है। ये ध्यान रखियो, हाइफॉक्सिया भी बोलते हैं, हाइपोक्सिया भी बोलते हैं, ठीक है। तो ऑप्शन फिलहाल चेक कर लो, साढ़े सामने ए ऑप्शन साढ़े वास्ते तो चलो राइट आंसर ही है। बाकी ऑप्शन का भी चेक कर लिया करो, एफीजिया साढ़े वास्ते है, या साढ़े वास्ते की होगा, प्लूरलिसी होगा, या साढ़े वास्ते की होगा, अनोक्सिया होएगा। तो ऑप्शन साढ़े वास्ते इक्को ही दी हुई है। 22 का जो आंसर आऊगा साढ़े वास्ते वो ए ऑप्शन आऊगी, 22 की ए ऑप्शन। नैक्सट आओ क्वेश्चन नंबर अगले की गल करिए, जो बहुत इंपॉर्टेंट क्वेश्चन है, तुहानूं आना जरूरी है। क्वेश्चन नंबर 23, टाइटल वॉल्यूम इन ह्यूमन बीइंग्स इज,
ਕਹਿੰਦਾ ਕਿ ਮਨੁੱਖਤਾ ਵਿੱਚ ਜਿਹੜੀ ਟਾਈਡਲ ਪਾਵਰ ਦੀ ਕਪੈਸਿਟੀ ਹੁੰਦੀ ਹੈ ਉਹ ਕਿੰਨੇ MI ਹੁੰਦੀ ਹੈ। ਤਾਂ ਫਿਲਹਾਲ ਜਿਹੜੀ ਤੁਹਾਨੂੰ ਪਤਾ ਹੋਣੀ ਜ਼ਰੂਰੀ ਹੈ ਇਹ ਸਾਡੇ ਵਾਸਤੇ 500 ਹੀ ਹੋਣੀ ਜ਼ਰੂਰੀ ਹੈ। ਮੇਨਲੀ 500 MI ਹੋਣੀ ਜ਼ਰੂਰੀ ਹੈ। ਤਾਂ ਆਪਸ਼ਨ ਤੁਹਾਨੂੰ ਬਹੁਤ ਸਾਰੇ ਦਿੱਤੇ ਹੋਈਆਂ ਨੇ, ਤਾਂ ਇੱਕੋ ਹੀ ਆਪਸ਼ਨ ਸਾਡੇ ਵਾਸਤੇ ਬਣਦੀ ਵੀ ਹੈ, ਡੈਟਸ ਕੋਲ ਆ C ਆਪਸ਼ਨ। ਤਾਂ ਡੈਟਸ ਕੋਲ ਆ C ਆਪਸ਼ਨ ਇੱਕੋ ਹੀ ਦਿੱਤੀ ਵੀ ਹੈ, ਮੇਨ ਇਹੀ ਹੋਣੀ ਜ਼ਰੂਰੀ ਹੈ। ਲੇਕਿਨ ਅਗਰ ਇਹਦੇ ਟਾਈਡਲ ਵੋਲੀਅਮ ਦੀ ਗੱਲ ਕਰ ਰਹੇ ਹਾਂ, अगर मैं गल कर रेजिस्टिव वॉल्यूम की वो तो उल्टी होगी, ये ध्यान रखना 1200 MI की होनी चाहिए है अगर रेजिस्टिव वॉल्यूम की गल कर रहे हैं। ठीक है, तो क्वेश्चन नंबर अगला देखते हैं फिलहाल की कह रहे हैं। क्वेश्चन नंबर 24 की है रेजिस्टिव वॉल्यूम इन द लंग्स। आ गई ना गल, एक ह्यूमन के जी रेजिस्टिव वॉल्यूम होना चाहिए लंग्स में कितना होना चाहिए 1200 MI होना जरूरी है। टाइडल साढ़े वास्ते 500 MI होगा, लेकिन रेजिस्टिव साढ़े वास्ते आम तौर पर कितना होगा 1200 ही होगा। आंसर दिता गया। फिलहाल मैं बाकी ऑप्शन देखूंगा ही नहीं क्योंकि बाकी बच्चों को पता ही होगा कि ये किन्नी होंगी किन्नी नहीं होंगी है। तो ऑप्शन नंबर साढ़े वास्ते की बन जूगी एक तरह की डी। ये ध्यान रखना। ठीक है, रेजिस्टिव वॉल्यूम लंग्स के विच कितना होंदा 1200 होंदा है। अगर मैं गल करा विटल कैपेसिटी की, ठीक है, अगर मैं गल करा विटल कैपेसिटी की ਉਹ ਕਿੰਨਾ ਆਊਗਾ ਲੰਗਸ ਦੇ ਵਿੱਚ ਹੀ ਸੇਮ ਗੱਲ ਕਰ ਰਹੇ ਹਾਂ। ਇਹ ਗੱਲ ਕਰ ਰਿਹਾ ਤੁਹਾਡੇ ਵਾਸਤੇ ਰੈਜ਼ਿਸਟਿਵ ਵੋਲਿਊਮ ਦੀ, ਮੈਂ ਗੱਲ ਕਰ ਰਿਹਾ ਤੁਹਾਡੇ ਵਾਸਤੇ ਵਿਟਲ ਕੈਪੈਸਿਟੀ ਦੀ। ਤੇਰਾ ਦੁੱਗਣਾ ਕਰ ਦਿਓ, ਦੁੱਗਣਾ ਦੁੱਗਣਾ ਹੀ ਹੁੰਦਾ ਫਿਲਹਾਲ, ਤਾਂ 3000 ਤੋਂ ਤਕਰੀਬਨ 4400 ਤੱਕ ਹੁੰਦਾ ਟਾਈਡਲ ਕੈਪੈਸਿਟੀ। ਠੀਕ ਹੈ, ਵਿਟਲ ਕੈਪੈਸਿਟੀ ਸੌਰੀ। ਠੀਕ ਹੈ, ਤਾਂ ਕੁਐਸਚਨ ਨੰਬਰ 24 ਤੋਂ ਜਿਹੜਾ ਆਨਸਰ ਆਣਾ ਸੀ ਉਹ 1200 ਆਣਾ ਸੀ ਰੈਜ਼ਿਸਟਿਵ ਵੋਲਿਊਮ ਦਾ। ਠੀਕ ਹੈ, ਨੈਕਸਟ ਆ ਕੁਐਸਚਨ ਨੰਬਰ 25 ਦੀ ਗੱਲ ਕਰੀਏ। कहता कि है विटल कैपेसिटी ऑफ द लंग्स ऑफ एन एवरेज ह्यूमन। तो विटल कैपेसिटी मैं थोड़ा हुणे दस के चुका सीगा और साडे वास्ते कितनी होनी चाहिए है 3000 तो 4500। इन्हें 4500 लिखा है ऑप्शन नंबर ए दे विच, मैंने 4400 कही सी, तो अप्रोक्सीमेट ही है। ठीक है, तो आंसर साडे वास्ते यही आऊगा राइट वन ए ऑप्शन। बाकी ऑप्शन पढ़ने पढ़ लो, वैसे आंसर जो नैसेसरी का क्वेश्चन है आंसर है और मैंने मिल चुके हैं। ठीक है जी, नैक्सट आओ क्वेश्चन नंबर 26 की गल करिए। एडम एप्पल कोरसपोंडेंट टू, हुण जिहड़ा एडम दा एप्पल है या एडम्स एप्पल है ये तुहाडे नाल किहदे नाल मेल खांदा है। तो एडम्स एप्पल नूं हमेशा मैं तुहानूं दस्सिया सीगा इहनूं असीं लैरीनैक्स बोलदे आ। याद रखियो इहनूं असीं की बोलांगे लैरीनैक्स बोलांगे। अगर स्पैलिंग च मिसटेक है तो तुहानूं ऑप्शन सही मिलनी चाहिए है। ठीक है, लैरीनैक्स बोलांगे। तो ऑप्शन चेक कर लो, इहनूं असीं एपिग्लोटस बोलदे आ, ट्रैचे बोलते हैं या लैरीनैक्स बोलते हैं। ये तो मैं तुहानूं दस ही चुकिया सीगा, इहनूं असीं की बोलांगे लैरीनैक्स बोलांगे। तो 26 का जिहड़ा आंसर बनूगा वो सी बनूगा। ठीक है, नैक्सट आओ क्वेश्चन नंबर 27। ड्यूरिंग इंटरनल एक्सटर्नल रेस्पिरेशन गैसिस मूव बाय। जो असीं गल करिए, ठीक है, जो इंटरनल रेस्पिरेशन और इंटरनल रेस्पिरेशन गैसिस तो एक्सटर्नल गैसिस जिहड़ी आपस दे विच मूव करदे हैं, तो उसनूं असीं की बोलदे आ ਉਹਨੂੰ ਅਸੀਂ ਕੀ ਬੋਲਾਂਗੇ ਮਿਕਸ ਬੋਲਾਂਗੇ। ਮਿਕਸ ਨੂੰ ਐਕਚੁਅਲ 'ਚ ਅਸੀਂ ਕੀ ਬੋਲਦੇ ਆ ਡਿਫਿਊਜ਼ਨ ਬੋਲਦੇ ਆ। ਤਾਂ ਆਪਸ਼ਨ ਚੈੱਕ ਕਰ ਲਓ, ਉਹਨੂੰ ਅਸੀਂ ਕੀ ਬੋਲਾਂਗੇ ਓਸਮੋਸਿਸ ਬੋਲਾਂਗੇ, ਐਕਟਿਵ ਟਰਾਂਸਪੋਰਟ ਬੋਲਾਂਗੇ ਜਾਂ ਉਹਨੂੰ ਅਸੀਂ ਕੀ ਬੋਲਾਂਗੇ ਡਿਫਿਊਜ਼ਨ। ਤਾਂ ਰਾਈਟ ਆਨਸਰ ਸਾਡੇ ਵਾਸਤੇ ਡੀ ਸੀ ਆਪਸ਼ਨ ਦਿੱਤੀ ਵੀ ਹੈ, ਉਹਨੂੰ ਅਸੀਂ ਕੀ ਬੋਲਾਂਗੇ ਫੈਲਾਅ ਬੋਲਾਂਗੇ। ਤਾਂ 27 ਕੁਐਸਚਨ ਜਿਹੜਾ ਆਨਸਰ ਬਣੂਗਾ ਉਹ ਸਾਡੇ ਵਾਸਤੇ सी बनेगा। ठीक है, वैसे डी ऑप्शन साढ़े वास्ते हुई एंडोसाइटोसिस तो साढ़े वास्ते गलत है, तो सी ऑप्शन साढ़े वास्ते की है राइट है डिफ्यूजन। ठीक है, नैक्सट आओ बेटे क्वेश्चन नंबर 28 ते 28 दे विच की कह रहे हैं द वॉल्यूम ऑफ एयर दैट कैन बी एक्सेल्ड। हुण ध्यान रखियो एक्सेल्ड की गल की है। ठीक है, आफ्टर द नॉर्मल एक्सीलरेशन जो असीं एक नॉर्मल तरीके दे नाल साह नूं छड्डदे हां। ठीक है, तो उस वॉल्यूम जी हवा में छड्डिया जाता है बाहर कड्ढण वास्ते, उस वॉल्यूम में असीं की बोलते हैं। तो टाइडल वॉल्यूम नो, ये तो सानूं हुण ही पढ़िया फिलहाल। हुण असीं रेजिस्टिव वॉल्यूम बोलते हैं नो। तो दो ही बच्चों ने इंस्पिरेटरी और दूसरा साइड साडे वास्ते बच्चा है एक्सपिरेटरी। तो क्वेश्चन के अकॉर्डिंग देखा करो एक्सेल की गल पुछदा वे है, तो एक्सेल के अकॉर्डिंग इको ही साडे वास्ते बनूगा एक्सपिरेटरी रिजर्व वॉल्यूम। जो साडे वास्ते किहड़ा आंसर है डी ऑप्शन साडे वास्ते की होगी राइट होगी क्वेश्चन नंबर 28 दी। ठीक है, डी। नैक्सट आओ क्वेश्चन नंबर 29 की गल करिए। कहता की है विच ऑफ द फॉलोइंग डिस्क्राइब अ करेक्ट ऑर्डर ऑफ द स्ट्रक्चर इन द रेस्पिरेटरी पैसेज वे। मतलब जो एक साह लेंदी प्रणाली है ना और जिहड़े तुहाडे अपने ऑर्गनस ने या उन्हां दी करैक्ट सीक्वेंस लिखना है वो किस तरह के होंदे ने। ठीक है,
ਤਾਂ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਔਰ ਕੁਐਸਚਨ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਕਿਹੜੇ ਕਿਹੜੇ ਹੋਣਗੇ ਫਿਲਹਾਲ, ਤਾਂ ਬੇਟੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਅਗਰ ਅਸੀਂ ਰੈਸਪੀਰੇਟਰੀ ਪੈਸਿਸ ਦੀ ਗੱਲ ਕਰੀਏ ਤਾਂ ਇਹਦੇ ਅਕੋਰਡਿੰਗ ਜਿਹੜਾ ਸਾਡਾ ਆਪਣਾ ਰਾਈਟ ਵੇ ਬਣੇਗਾ ਉਹ ਕਿਹੜਾ ਹੋਣਾ ਜ਼ਰੂਰੀ ਹੈ, ਮੈਂ ਉਹਦੇ ਤੁਹਾਨੂੰ ਬਣਾ ਕੇ ਦੱਸ ਦਿੰਦਾ। ਪਹਿਲੀ ਗੱਲ ਤਾਂ ਤੁਹਾਨੂੰ ਸਭ ਨੂੰ ਪਤਾ ਹੁੰਦਾ ਫੇਰੀਨੈਕਸ ਹੋਣਾ ਜ਼ਰੂਰੀ ਹੈ, ਠੀਕ ਹੈ। ਕਿਹੜਾ ਹੋਣਾ ਜ਼ਰੂਰੀ ਹੈ? ਫੇਰੀਨੈਕਸ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਅਗਰ ਪੀ ਤੋਂ ਸਿੱਧਾ ਕੀ ਬਣੂਗਾ? ਲੇਰੀਨੈਕਸ ਬਣੂਗਾ, ਤਾਂ ਆ ਹੋਣਾ ਜ਼ਰੂਰੀ ਹੈ। ਮੈਂ ਜੰਕਸ਼ਨ ਦੀ ਗੱਲ ਕਰ ਰਿਹਾ, ਬਹੁਤ ਚੰਗੇ ਤਰੀਕੇ ਨਾਲ ਤੁਹਾਨੂੰ ਕਰਾ ਰੱਖੇ ਹੈ। ਫਿਰ ਸਾਡੇ ਵਾਸਤੇ ਕੀ ਬਣ ਜਾਂਦਾ? ਟ੍ਰੇਚੀਆ ਬਣ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਆਹ ਚੀਜ਼ ਹੋਗੀ, ਟ੍ਰੇਚੀ ਦੇ ਅੱਗੇ ਬ੍ਰੋਂਕਾਈ ਹੋ ਜਾਂਦੀ ਹੈ, ਤੁਹਾਨੂੰ ਇਹ ਵੀ ਪਤਾ ਹੋਣਾ ਜ਼ਰੂਰੀ ਹੈ, ਠੀਕ ਹੈ। ਬ੍ਰੋਂਕਾਈ ਹੋ ਜਾਂਦੀ ਹੈ, ਸੀਕੁਐਂਸ ਦੇ ਅਕੋਰਡਿੰਗ ਦੱਸ ਰਿਹਾ। ਫਿਰ ਅੱਗੇ ਹੋਲਸ ਆ ਜਾਂਦੇ ਨੇ। ਤਾਂ ਫਿਲਹਾਲ ਚੈੱਕ ਕਰ ਲਓ ਕਿਹੜੇ ਕਿਹੜੇ ਸਾਡੇ ਵਾਸਤੇ ਬਣਦੇ ਨੇ। ਏ ਆਪਸ਼ਨ 'ਚ ਕਹਿੰਦਾ ਕਿ ਇਹ ਫੇਰੀਨੈਕਸ ਹੋਊਗਾ। ਫਿਰ ਦੂਸਰੇ ਸਾਡੇ ਵਾਸਤੇ ਟ੍ਰੈਕੀ ਹੋਊਗਾ, ਦੂਸਰਾ ਦਾ ਟ੍ਰੈਕੀ ਹੁੰਦਾ ਹੀ ਨਹੀਂ। ਦੂਸਰਾ ਸਾਡੇ ਵਾਸਤੇ ਕਿਹੜਾ ਹੁੰਦਾ? ਲੈਰੀਨੈਕਸ ਹੁੰਦਾ। ਉਸ ਤੋਂ ਬਾਅਦ ਬੀ ਆਪਸ਼ਨ ਕਹਿੰਦਾ ਕਿ ਇਹਦੇ ਵਿੱਚ ਲੈਰੀਨੈਕਸ ਹੋਊਗਾ, ਤਾਂ ਬੀ ਆਪਸ਼ਨ ਵੀ ਗਲਤ ਹੋਊਗੀ। ਸੀ ਆਪਸ਼ਨ ਟ੍ਰੈਕੀ ਦੀ ਗੱਲ ਕਰਦਾ, ਤਾਂ ਓਬਵੀਅਸਲੀ ਡੀ ਆਪਸ਼ਨ ਸਹੀ ਹੋਣੀ ਚਾਹੀਦੀ ਹੈ। हाँ करेक्ट है। फेरिनेक्स हो गया, लेरिनेक्स हो गया, ट्रैकी हो गया, ब्रोंकाई होगी और ब्रोंकीओल्स हो गए, ठीक है। तो जो थोड़े वास्ते 29 का आंसर बनेगा वो एक डी ऑप्शन होनी चाहिए थोड़े अपने आंसर के अकॉर्डिंग। तो साढ़े जो आंसर है साढ़े वास्ते की बनूगा? डी, आंसर नंबर डी, क्वेश्चन नंबर 29। नैक्सट आओ क्वेश्चन नंबर 30 की कहता है। क्वेश्चन नंबर 30, योर बॉडी कुड नॉट ब्रीथ, जी थोड़ी बॉडी है और ब्रीथ नहीं लै सकती विदाउट दिस सिस्टम। इस सिस्टम के बिना इस सिस्टम असीं की बोलते हैं? इस सिस्टम असीं रेस्पिरेटरी सिस्टम बोलते हैं। तो ऑप्शन है फिलहाल चैक कर लो। ऑप्शन के अकॉर्डिंग इको ही ऑप्शन थोड़े वास्ते राइट बनना है, दैट्स कोला बी ऑप्शन। इन्हों असीं साह लैण दी प्रणाली बोलते हैं, रेस्पिरेटरी सिस्टम बोलते हैं, ठीक है जी। सिंपल क्वेश्चन सी। क्वेश्चन नंबर 30 का जो आंसर आना थोड़े वास्ते वो बी ऑप्शन आऊगा। नैक्सट आओ क्वेश्चन नंबर 31। 31 दे विच की कह रहे हैं? क्वेश्चन नंबर 31 द रेस्पिरेटरी सिस्टम इज मेड अप टू द ट्रैकिया। उन्हें ट्रैकिया की गल की है रेस्पिरेटरी सिस्टम के अकॉर्डिंग, और लंग्स की गल की है, ठीक है। और एक ऐसा ऑर्गन होर है वो केड़ा होगा जिहड़ा इन्हां तीन दो का रिलेशन रखता होगा। तो तुहानूं पता ही है लंग्स, ट्रैकिया और डायग्राफ जो आ जाता है तो साढ़े वास्ते एक सिस्टम बन जाता, उसे की बोलते हैं? रेस्पिरेटरी सिस्टम। लीवर नहीं होना चाहिए, ओसोफेगस की कोई गल नहीं की, पैनक्रियास की कोई गल नहीं की, तो ऑप्शन इको ही सानू दिती हुई है इन्हां तीनों के रिलेशन वास्ते। और साढ़े वास्ते ऑप्शन नंबर किहड़ी बन जूगी? बी, क्वेश्चन नंबर 31 की। नैक्सट आओ क्वेश्चन नंबर 32 की गल करिए। विदाउट यू ब्रीथ इन वैन यू ब्रीथ इन एयर, जो तुसी हवा च साह लेने हो, यू ब्रिंग ऑक्सीजन इनटू योर लंग्स, तो तुसी अपनी ऑक्सीजन नूं लंग्स दे विच लैके आने हो, एंड ब्लो अवर, तो तुसी एक ऐसा प्रोडक्ट बाहर कढ़दे हो। किहड़ा सबसटेंस बाहर कढ़दे हो? ऑक्सीजन जो लैने आ तो ओबवियसली कार्बन डाइऑक्साइड असीं बाहर कढ़ांगे। तो जिहड़ा 32 का आंसर बनूगा और साडे वास्ते किहड़ा बनूगा? ए ऑप्शन बनूगी, यानी कि ए ऑप्शन साडे वास्ते राइट बनना है। ऑक्सीजन असीं एक्सेल करते हैं और ऑक्सीजन असीं इनहेल करते हैं और कार्बन डाइऑक्साइड असीं की करांगे? एक्सेल करांगे, ठीक है। हुण ध्यान रखियो जो इनहेल करते थोड़े जिहड़े लंग्स होने चाहिए ने ना इनफ्लेट होने चाहिए ने, ठीक है, डीफ्लेट नहीं होने चाहिए। क्वेश्चन नंबर 32 के अकॉर्डिंग दस्सिया तुहानूं, ठीक है। नैक्सट क्वेश्चन नंबर 33 की कहता है, ਜਦੋਂ ਤੁਸੀਂ ਸਾਹ ਲੈਂਦੇ ਹੋ ਤੁਹਾਡੇ ਫੇਫੜੇ, ਤਾਂ ਉਹੀ ਗੱਲ ਫੇਰ ਆ ਗਈ ਹੈ ਕਿਉਂਕਿ ਇੱਥੇ ਗੱਲ ਕੀਤੀ ਸੀ ਮੈਂ ਤੁਹਾਨੂੰ ਤਾਂ ਦੱਸਤਾ। ਵੈਨ ਯੂ ਇਨਹੇਲ ਤੁਹਾਡੇ ਲੰਗਸ ਕੀ ਹੋਣੇ ਚਾਹੀਦੇ ਨੇ? ਇਨਫਲੇਟ ਹੋਣੇ ਚਾਹੀਦੇ ਨੇ, ਫੁੱਲਣੇ ਚਾਹੀਦੇ ਨੇ, ਠੀਕ ਹੈ, ਡੀਫਲੇਟ ਨਹੀਂ ਹੋਣੇ ਚਾਹੀਦੇ। ਤਾਂ ਆਪਸ਼ਨ ਸਾਡੇ ਵਾਸਤੇ ਇੱਕੋ ਹੀ ਦਿੱਤੀ ਵੀ ਹੈ, 33 ਦੀ ਏ ਆਪਸ਼ਨ ਹੈ, 33 ਦੀ ਏ ਆਪਸ਼ਨ ਹੈ, ਠੀਕ ਹੈ ਜੀ। ਨੈਕਸਟ ਆਓ क्वेश्चन नंबर 34। वट इज़ द नेम ऑफ द टाइनी एयर स्कार्स इन द लंग्स। हुण कहंदा कि ਇਹਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਛੋਟੀ ਥੋੜੀ ਹਵਾ ਦੀ, ਠੀਕ ਹੈ, ਤਾਂ ਜਿਹੜੀ ਤੁਹਾਡੀ ਆਪਣੀ ਇੱਕ ਥੈਲੀ ਹੁੰਦੀ ਹੈ ਫੇਫੜਿਆਂ ਦੇ ਵਿੱਚ, ਉਹਦਾ ਨਾਮ ਕੀ ਹੋਊਗਾ? ਤਾਂ ਧਿਆਨ ਰੱਖਿਓ ਜਦੋਂ ਵੀ ਇੱਕ ਟਾਈਨੀ ਹੇਅਰਸ ਦੀ ਗੱਲ ਕੀਤੀ ਜਾਂਦੀ ਹੈ ਜਾਂ ਟਾਈਨੀ ਹੇਅਰ ਸਕਾਰਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਛੋਟੀ ਜਿਹੀ ਥੈਲੀ ਨੂੰ ਅਸੀਂ ਕੀ ਬੋਲਾਂਗੇ? ਤਾਂ ਉਸ ਤੁਹਾਨੂੰ ਅਸੀਂ ਬੋਲਦੇ ਹਾਂ ਗ੍ਰੇਪਸ ਸ਼ੇਪ ਦੇ ਵਿੱਚ, ਉਹਨੂੰ ਅਸੀਂ ਕੀ ਬੋਲਾਂਗੇ? ਐਲਵਲੀ ਬੋਲਾਂਗੇ। ਅੰਗੂਰ ਦੀ ਸ਼ੇਪ 'ਚ ਹੁੰਦੀ ਹੈ ਨਾ, ਗ੍ਰੇਪਸ ਦੀ ਫਾਰਮ 'ਚ ਹੁੰਦੀ ਹੈ, ਤਾਂ ਉਹਨੂੰ ਅਸੀਂ ਕੀ ਬੋਲਾਂਗੇ? ਉਹਨੂੰ ਅਸੀਂ ਐਲਵਲੀ ਬੋਲਾਂਗੇ। तो ऑप्शन चेक कर लो केड़ी ए ऑप्शन कहता उन्होंने ब्रोंकाइल्स बोलांगे, नो ये तो गलत हो गया। बी ऑप्शन कहता कि इन्होंने रिवोली बोलांगे, ये भी गलत हो गया, ठीक है। उस तो बाद चेक कर लो ए भी हैगी, बी भी नहीं हैगी,
सी ऑप्शन फिलहाल चेक कर लो की कहते उन्होंने ਅਸੀਂ एल्वली बोलांगे राइट वन यही है तो साढ़े वास्ते सही भी यही होगा क्वेश्चन नंबर 35 ਦਾ ਕਿੰਨਾ ਆਨਸਰ ਆਊਗਾ ਤੁਹਾਡੇ ਵਾਸਤੇ ਸੀ ਬਾਕੀ ਚੀਜ਼ਾਂ ਦੇਖਣ ਦੀ ਲੋੜ ਨਹੀਂ ਹੈਗੀ ਇੱਕੋ ਇੰਚ ਤੁਹਾਡੇ ਸਾਹਮਣੇ ਦਿੱਤਾ ਹੋਇਆ ਹੈ ਠੀਕ ਹੈ ਨੈਕਸਟ ਆਓ ਡੈਸ਼ 35th ਦੇ ਵਿੱਚ ਡੈਸ਼ ਫਿਲ ਕਰਨੀ ਹੈ ਡੈਸ਼ ਇਜ਼ ਨਾਟ ਗੁੱਡ ਫॉर द ਲੰਗਸ ਕਿਹੜੀ ਚੀਜ਼ ਲੰਗਸ ਵਾਸਤੇ ਠੀਕ ਨਹੀਂ ਹੈਗੀ ਤਾਂ ਸਮੋਕਿੰਗ ਬਹੁਤ ਵਾਰੀ ਲਿਖਿਆ ਹੋਇਆ ਸਿਗਰਟ ਦੀ ਬਾਕਸ ਦੇ ਅੱਗੇ ਲਿਖਿਆ ਹੁੰਦਾ ਹੈ ਵੀ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ ਠੀਕ ਹੈ ਤਾਂ ਹਾਨੀਕਾਰਕ ਹੈ ਤਾਂ ਆਪਸ਼ਨ ਚੈੱਕ ਕਰ ਲਓ ਐਕਸਰਸਾਈਜ਼ਿੰਗ सिंगिंग स्मोकिंग या yelling तो ऑप्शन के अकॉर्डिंग साढ़े वास्ते एक ही चीज मेंशन की हुई है दैट्स कॉल्ड अ स्मोकिंग क्वेश्चन नंबर 35 का आंसर नंबर सी स्मोकिंग ठीक है नेक्स्ट आओ क्वेश्चन नंबर 36 द वॉइस बॉक्स इज आल्सो नोन एज द पहला भी क्वेश्चन आया सी हुण भी सेम क्वेश्चन थोड़ा मोड किया हुआ है मॉडिफाई किया हुआ है तो लैरिनक्स बोलते हैं उसनूं असी क्योंकि इहदी हेल्प दे नाल असी आवाज़ कढ़ना या प्रोनाउंस करना की करते हैं स्टार्ट करते हैं बी ऑप्शन साडा की आऊगा राइट आऊगा ठीक है जी नेक्स्ट आओ क्वेश्चन नंबर 37 एज यू ब्रीथ द कॉन्ट्रैक्ट एंड फ्लैटन्स टू गिव योर लंग्स ਤੁਹਾਡੇ ਜਿਹੜੇ ਫੇਫੜੇ ਨੇ ਉਹ ਕੀ ਹੁੰਦੇ ਨੇ ਹਵਾ ਦੇ ਨਾਲ ਸਿकुड़ਦੇ ਵੀ ਨੇ ਉਹ ਫਲੈਟ ਫੁੱਲਦੇ ਵੀ ਨੇ ਤਾਂ ਜਿਹੜਾ ਲੰਗਸ ਰੂਮ ਹੁੰਦਾ ਹੈ ਟੂ ਫਿਲ ਅਪ ਵਿਦ 에ਅਰ ਮੈਂ ਕੁਐਸਚਨ ਦੁਬਾਰਾ ਤੋਂ ਪੜ੍ਹ ਦੇਣਾ ਇੱਕ ਵਾਰੀ ਜਦੋਂ ਅਸੀਂ ਸਾਹ ਲੈਂਦੇ ਆ ਤੇ ਜਿਹੜੇ ਸਾਡੇ ਲੰਗਸ ਰੂਮ ਮਤਲਬ ਜਿਹੜੇ ਫੇਫੜੇ ਹੁੰਦੇ ਨੇ ਉਹ ਕੰਟਰੈਕਟ ਵੀ ਹੁੰਦੇ ਨੇ ਉਹ ਫਲੈਟਨ ਵੀ ਹੁੰਦੇ ਨੇ ਮਤਲਬ ਹਵਾ ਨਾਲ ਭਰ ਚੁੱਕੇ ਹੁੰਦੇ ਨੇ ਤਾਂ ਅਸੀਂ ਕੀ ਬੋਲਦੇ ਆ ਡਾਇਗਰਾਫ ਬੋਲਦੇ ਆ ਇਹ ਧਿਆਨ ਰੱਖਿਓ ਠੀਕ ਹੈ ਤਾਂ ਆਪਸ਼ਨ ਚੈੱਕ ਕਰ ਲਓ ਉਸਨੂੰ ਅਸੀਂ ਕੀ ਬੋਲਾਂਗੇ ਲਾਰਨਿਕਸ ਬੋਲਾਂਗੇ ਨਹੀਂ ਲੰਗਸ ਪੈਲਨ ਬੋਲਾਂਗੇ ਨਹੀਂ ਕੀ ਬੋਲਾਂਗੇ ਫਿਰ ਉਸ ਤੋਂ ਬਾਅਦ ਡਾਇਗਰਾਫ ਬੋਲਦੇ ਆ ਤਾਂ ਆਨਸਰ ਸਾਡੇ ਵਾਸਤੇ ਦਿੱਤਾ ਹੋਇਆ ਦੈਟਸ ਕਾਲਡ ਆ ਸੀ ਤਾਂ ਫਿਲਹਾਲ ਡੀ ਆਪਸ਼ਨ ਵੀ ਚੈੱਕ ਕਰ ਲਓ ਬ੍ਰੌਂਕੀਓਲ ਦਿੱਤਾ ਹੋਇਆ ਉਹਦਾ ਫਿਲਹਾਲ ਇਹਦੇ ਨਾਲ ਕੋਈ ਮੈਚ ਹੀ ਨਹੀਂ ਹੈਗਾ ਕੋਈ ਰਿਲੇਸ਼ਨ ਨਹੀਂ ਉਹ ਗੱਲ ਅਲੱਗ ਹੈ ਕਿ ਉਹ ਟ੍ਰੈਚੇ ਦੇ ਅਕੋਰਡਿੰਗ ਜਾਂਦੀ ਹੈ ਤਾਂ ਸੀ ਆਪਸ਼ਨ ਸਾਡੇ ਵਾਸਤੇ ਕੀ ਹੋਊਗਾ ਰਾਈਟ ਹੋਊਗਾ ਨੈਕਸਟ ਆਓ ਕੁਐਸਚਨ ਨੰਬਰ 38 에ਅਰ ਐਂਟਰਸ ਇਨਟੂ ਯੂਰ ਲੰਗਸ ਥਰੂ ਆ ਕਹਿੰਦਾ ਜਦੋਂ ਹਵਾ ਤੁਹਾਡੇ ਫੇਫੜੇ ਦੇ ਹੁੰਦੀ ਹੈ ਤਾਂ ਕਿਹਦੇ ਥਰੂ ਹੁੰਦੀ ਹੈ ਟ੍ਰੈਕੀਆ ਠੀਕ ਹੈ ਬਾਕੀ ਆਪਸ਼ਨ ਚੈੱਕ ਕਰ ਲਓ ਦੇਖ ਲਓ ਕਹਿੰਦਾ ਕਿ ਇਹ ਏ ਆਪਸ਼ਨ ਟ੍ਰੈਕੀਆ ਇਹ ਰਾਈਟ ਆंसर है ठीक है बी ऑप्शन साढ़े वास्ते ओसोफेगस गलत है सी ऑप्शन अलवली गलत है डी ऑप्शन साढ़े वास्ते लैरिंक्स गलत है तो 38 का जो आंसर बनेगा बेटे तो अपना बनेगा ए ऑप्शन बनेगा ठीक है नैक्सट आओ क्वेश्चन नंबर 39 कहता कि है हाउ मैनी लंग्स डू ह्यूमन हैव एक मानव शरीर के विच लंग्स किन्ने हुंदे ने दो ही हुंदे ने ये तो सिंपल दा क्वेश्चन सीगा तो चैक कर लो ऑप्शन के अकॉर्डिंग किहड़ी चीज़ां ने कि 4 हुंदे ने कि एक हुंदा या 3 हुंदे ने या 2 हुंदे ने तो सिर्फ 2 ही हुंदे ने 4 3 किते भी नहीं हुंदे तो जिहड़ा क्वेश्चन नंबर तुहाडा अपना 39 है ਉਹਦਾ आंसर ਕਿਹੜਾ ਬਣੂਗਾ डी 2 ही लंग्स ਹੁੰਦੇ ਨੇ ठीक है जी ਨੈਕਸਟ ਆਓ क्वेश्चन नंबर 40 ਵਟ ਆਰ ਦੀ ਬ੍ਰੋਂਕਾਈਲ ਟਿਊਬਸ ਉਹ ਸਾਡੇ ਵਾਸਤੇ ਕੀ ਹੁੰਦੇ ਨੇ ਬ੍ਰੋਂਕਾਈਲ ਟਿਊਬਸ ਹਮੇਸ਼ਾ ਸਾਡੇ ਵਾਸਤੇ ਇੱਕ ਰਾਸਤਾ ਹੁੰਦੀਆਂ ਨੇ ਹਵਾ ਨੂੰ ਅੰਦਰ ਲੈ ਜਾਣ ਦਾ ਠੀਕ ਹੈ ਪਾਥ ਹੁੰਦਾ ਕਹਿ ਸਕਦੇ ਆ ਹਵਾ ਨੂੰ ਲੈ ਜਾਣ ਦਾ ਲੰਗਸ ਦੇ ਵਿੱਚ ਤਾਂ ਦੇਖ ਲਓ ਕੀ ਹੋਊਗਾ ਹੁਣ ਤੁਹਾਡੇ ਵਾਸਤੇ ਠੀਕ ਹੈ ਇਹ ਆਪਸ਼ਨ ਕਹਿੰਦਾ ਕੀ ਹੈ ਬ੍ਰੋਂਕਾਈਲ ਟਿਊਬ ਸਾਡੇ ਵਾਸਤੇ 에ਅਰ ਪਾਸਿਸ ਨੇ ਇਨਟੂ ਯਰ ਲੰਗਸ ਤਾਂ ਇਹ ਸਾਡੇ ਵਾਸਤੇ ਹੁਣ ਤੱਕ ਕਰੈਕਟ ਹੈ ਬਾਕੀ ਆਪਸ਼ਨ ਆ ਫਿਲਹਾਲ ਦੇਖ ਲੈਨੇ ਆ ਠੀਕ ਹੈ ਜੀ ਬੀ ਆਪਸ਼ਨ ਕਹਿੰਦਾ ਕਿ ਬ੍ਰੋਂਕਾਈਲ ਟਿਊਬ ਸਾਡੇ ਵਾਸਤੇ ਬਲੱਡ ਵੈਸਲਸ ਹੁੰਦੇ ਨੇ ਗਲਤ ਹੈ ਬਲੱਡ ਵੈਸਲਸ ਦੇ ਵਿੱਚ ਤਾਂ ਐਕਚੁਅਲੀ ਵਿੱਚ ਮਿਕਸ ਹੁੰਦੇ ਨੇ ਠੀਕ ਹੈ ਉਸ ਤੋਂ ਬਾਅਦ ਨੈਕਸਟ ਕਹਿੰਦਾ ਕੀ ਹੈ ਸੀ ਆਪਸ਼ਨ ਦੇ ਵਿੱਚ ਬ੍ਰੋਂਕਾਈਲ ਟਿਊਬਸ ਇੱਕ ਟਾਈਨੀ ਸਕਾਰਸ ਹੁੰਦੇ ਜੋ ਆਕਸੀਜਨ ਨੂੰ ਬਲੱਡ ਦੇ ਵਿੱਚ ਡਿਲੀਵਰ ਕਰਦੇ ਨੇ ਨੋ ਤਾਂ ਫਿਲਹਾਲ ਤੁਹਾਨੂੰ ਪਤਾ ਲੱਗ ਚੁੱਕੀ ਹੈ ਠੀਕ ਹੈ ਤਾਂ ਆਪਸ਼ਨ ਸਾਡੇ ਵਾਸਤੇ ਜਿਹੜੀ ਦਿੱਤੀ ਹੋਈ ਹੈ ਕੁਐਸਚਨ ਨੰਬਰ 40 ਦੀ ਉਹ ਸਾਡੇ ਵਾਸਤੇ ਕਿਹੜੀ ਆਊਗੀ ਏ ਇੱਕੋ ਹੀ ਮੇਨ ਸੀਗੀ ਬਾਕੀ ਚੀਜ਼ਾਂ ਡੀ ਆਪਸ਼ਨ 'ਚ ਕੀ ਕਹਿੰਦਾ ਕੀ ਹੈ ਕਿ ਲਾਰਜ ਸਕਾਰਸ ਹੁੰਦੀ ਹੈ ਟਾਈਨੀ ਸਕਾਰਸ ਹੁੰਦੇ ਨੇ ਇੱਥੇ ਹੀ ਆਪਸ਼ਨ ਜਿਹੜੀ ਹੋਊਗੀ ਡੀ ਵੀ ਕੀ ਹੋ ਜੂਗੀ ਇਗਨੋਰ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਨੈਕਸਟ ਆਓ ਕੁਐਸਚਨ ਨੰਬਰ 41 क्वेश्चन नंबर 41 च की कहता है विच कैन नॉट बी स्टोर बाय द बॉडी स्टोर दे मतलब बॉडी का एक ऐसा फंक्शन जो इन्ना नीचे ऑप्शनों के विचों स्टोर नहीं कर सकती तो मेनली तुहानूं सब नूं पता एक ऑक्सीजन या कार्बन डाइऑक्साइड है जो बॉडी में स्टोर नहीं रह सकते तो फिलहाल देखो की कहता है ए ऑप्शन च विटामिन ए कैन नॉट बी स्टोर बॉडी तो विटामिन ए नूं स्टोर करती है एनर्जी कैन नॉट बी स्टोर ये भी सही है मिनरल्स कैन बी स्टोर कैन नॉट बी स्टोर ये भी सही है ठीक है हुण जिहड़ी है कि ऑक्सीजन कैन नॉट बी स्टोर बाय द बॉडी तो जिहड़ा 41 ਦੇ ਵਿੱਚ ऑक्सीजन कार्बन डाइऑक्साइड भी अगर ਹੁੰਦਾ ਤਾਂ ਸਾਡੇ ਵਾਸਤੇ ऑप्शन नंबर डी करैक्ट ਹੁੰਦਾ ਇਹ ਸਾਡੇ ਵਾਸਤੇ सही है ऑप्शन नंबर डी 41 क्वेश्चन ਦੀ
ठीक है। उस तो बाद नैक्सट आओ क्वेश्चन नंबर 42। क्वेश्चन नंबर 42 की कहता है वैन यू ब्रीथ आउट, जो मतलब साह या कह सकते एक साह लैने हो, ठीक है, वट गैस डस द बॉडी गैट रिड ऑफ, तो किहड़ी हवा है जो तुसी बॉडी नूं छुटकारा पवाने हो, तो कार्बन मोनोऑक्साइड आ जाए, ठीक है, कार्बन डाइऑक्साइड होवे, ठीक है, तो ਉਹਦੇ ਅਕੋਰਡਿੰਗ ਦੇਖ ਲਓ ਕਿਹੜੀ ਆਪਸ਼ਨ ਇੱਕ ਤਰ੍ਹਾਂ ਦੀ ਸਹੀ ਬੈਠ ਸਕਦੀ ਹੈ। ਵੈਸੇ ਤਾਂ ਕਾਰਬਨ ਮੋਨੋਆਕਸਾਈਡ ਸਾ ਇੱਕ ਤਰ੍ਹਾਂ ਦੀ ਜ਼ਰੂਰੀ ਨਹੀਂ ਹੈਗੀ, ਵੈਸੇ ਉਹ ਗੈਸ ਤਾਂ ਲਿੱਤੀ ਵੀ ਨਹੀਂ ਜਾਂਦੀ, ਕਾਰਬਨ ਡਾਈਆਕਸਾਈਡ ਹੀ ਅਸੀਂ ਕੀ ਕਰਦੇ ਆ ਬਾਹਰ ਕੱਢਦੇ ਆ, ਠੀਕ ਹੈ। ਤਾਂ ਆਪਸ਼ਨ ਦੇ ਅਕੋਰਡਿੰਗ ਚੈੱਕ ਕਰ ਲਓ ਕਿਹੜੀ ਹੋਊਗੀ। ਨਾਈਟ੍ਰੋਜਨ ਆਪਸ਼ਨ ਨੰਬਰ ਏ 'ਚ ਦਿੱਤੀ ਵੀ ਹੈ ਕਿ ਉਹ ਨਾਈਟ੍ਰੋਜਨ ਗੈਸ ਹੋਊਗੀ, ਤਾਂ ਗਲਤ ਹੈ। ਉਸ ਤੋਂ ਬਾਅਦ ਵੈਨ ਯੂ ਬਰੀਥ ਆਊਟ ਦਾ ਕਾਰਬਨ ਡਾਈਆਕਸਾਈਡ, ਇਹ ਸਾਡੇ ਵਾਸਤੇ ਰਾਈਟ ਆਊਗਾ क्वेश्चन नंबर 42 का बी एक राइट आंसर आऊगा, ना कि बाकी कोई गैस होगी, क्योंकि गैसेस का एक्सचेंज ऑक्सीजन और कार्बन डाइऑक्साइड का ही होंगे, ठीक है जी। नैक्सट आओ क्वेश्चन नंबर 43 की गल करिए। क्वेश्चन नंबर 43 की कहता है वट आर दी कैपिलरीज, कैपिलरीज की होंदियां ने, तो तुहानूं पता है ब्लड वैसल्स नूं लंग्स तक लेके जांदियां ने, तो तुहानूं फिलहाल ये चीज़ का पता ही है जिन्हें असीं केशिकावां बोलते हैं। तो ये ऑप्शन कहता की है कैपिलरीज एक तरह के टाइनी लंग्स गैस होंगे जो लंग्स के विच होंदी है। नो, जिथे ब्लड वैसल्स की गल की जाऊगी उही आंसर साडा की होगा कलैक्ट होगा। बी ऑप्शन कहता की है, कहता कैपिलरीज आर द टाइनी ब्लड वैसल्स इन योर लंग्स, आ राइट है साडे वास्ते 43 दा बी अकॉर्डिंग हज तक। सी ऑप्शन कहता की है कैपिलरीज आर द टाइनी ब्लड सेल्स इन योर लंग्स, नो सेल्स की गल की गई है, ठीक है। नैक्सट आओ कैपिलरीज आर द लंग्स ब्लड सेल्स इन योर सेल्स की गल की गई है, नो, तो आंसर साडे वास्ते इको ही बनूगा क्वेश्चन नंबर 43 का बी ऑप्शन। मैं उरे मैंशन भी कर देना, कई बार बच्चों को कंफ्यूजन हो जाती है, ठीक है जी। नैक्सट आओ उस तो बाद अगला क्वेश्चन है क्वेश्चन नंबर 44। वट आर दी एल्वली, एल्वली की होंदियां ने, तो तुहानूं सब नूं पता है, ठीक है, छोटी थैली के फॉर्म दे विच। फिलहाल चैक कर लो ऑप्शन की कहंदियां ने। ए ऑप्शन कहंदा की है एल्वली आर द टाइनी सेल्स, नो गलत है। उस तो बाद एल्वली आर द लार्ज ब्लड वैसल्स, बी ऑप्शन के अकॉर्डिंग जो गलत है। उस तो बाद सी ऑप्शन कहता की है एल्वली आर द टाइनी ब्लड वैसल्स, गलत है, थैली की फॉर्म च होनी चाहिए स्कास, तो डी ऑप्शन साडे वास्ते राइट है। अगर बाकी ऑप्शन गलत ने तो कहता की है एल्वली आर द टाइनी स्कास इन द लंग्स, तो साडे वास्ते थैली की फॉर्म के पाई जाती ने, डी ऑप्शन साडे वास्ते की होगी राइट होगी, ठीक है जी। नैक्सट आओ क्वेश्चन नंबर 45। वट डिसीज कैन बी कॉज बाय द स्मोकिंग, केड़ी स्मोकिंग दे नाल एक बीमारी हो सकती है। एफीजिया ध्यान रखियो, ठीक है, एफीजिया ध्यान रखियो, बार बार बोल रहे हैं, एक सिर्फ यही बीमारी है जो एक कैंसर स्मोकिंग दे नाल हो सकती है, ठीक है। तो ए ऑप्शन साडे वास्ते की है, कहता की है एक ऑप्शन नंबर फर्स्ट दे विच मेरा आंसर दिता है फिलहाल, बाकी ऑप्शन कहता कि ब्रोंचिट्स ठीक हो, मतलब आ दिता हो, नो। अगला कहता एलिबिटीज, ए नो। अगला कहता डायबिटीज, नो। तो एको ही आंसर मेन है साडे वास्ते इहदे विच जो स्मोकिंग दे नाल हुंदा है, एको ही आंसर है साडे वास्ते डेट्स कोला ए ऑप्शन 45 ए ऑप्शन। नैक्सट आओ क्वेश्चन नंबर 26 की गल करिए। लेबर ब्रीथिंग फ्रॉम लाइंग डाउन इज, कहता की है अगर तुसी लेट के साह लेने हो, ठीक है, उस प्रक्रिया नूं, उस प्रोसैस नूं असीं की बोलदे आ, तो ऑप्शनां दे अकॉर्डिंग चैक कर लो। वैसे तो ਉਹਦਾ नाम एग्जैक्टली अगर गल करिए तो ऑर्थो के अकॉर्डिंग होना जरूरी है, लेट की गल की गई है, तो कहता कि ऑप्शन के अकॉर्डिंग अपेनिया बोलते हैं उन्होंने या ओपीनिया बोलते हैं उसनूं। उस तो बाद सैकेंड ऑप्शन साडे वास्ते की कहते हैं ਇਹਦੇ ਵਿੱਚ हाइपर या कह सकते हाइपरमनिया बोलते हैं उन्होंने सी, या साडे वास्ते सी ऑप्शन दी हुई है टैशीमनिया होएगा, या डी ऑप्शन साडे वास्ते की होगा ऑर्थोपनिया होएगा। तो ऑप्शन के अकॉर्डिंग लेट के साह की प्रणाली की गल की गई है, तो साडे वास्ते इको ही आंसर मेन है ये 46 का डी, ठीक है। आगे आओ क्वेश्चन नंबर 47 की गल करिए। 47 सीवियर चेस्ट पेन, फीवर एंड शैलो ब्रीथिंग आर द सिम्पटम्स ऑफ, छाती च दर्द होना, बुखार दा आना, या थोड़े थोड़े घट साह लेने, एक कादे थोड़े अपने सिम्पटम्स होंगे। तो जो असी गल कर दीए सीवियर चैसट पेन की और नाल फीवर होवे, तो दूसरी शैलो ब्रीथिंग होवे तो सी पलोरीसी बोलते हैं, ध्यान रखियो, ठीक है। तो फिलहाल ऑप्शन चेक कर लो ये केड़ी होनगियां, कहता कि ये क्लैफ्ट पैलेट होगा,
ਜਾਂ ਸਾਡੇ ਵਾਸਤੇ ਟੌਂਸਿਲਸ ਹੋਣਗੇ ਜਾਂ ਸਾਡੇ ਵਾਸਤੇ ਪਲੋਰੀਸੀ ਹੋਏਗੀ ਜਾਂ ਸਾਡੇ ਵਾਸਤੇ ਕੀ ਹੋਊਗਾ ਹਾਈਪੋਕਸੀਆ ਹੋਏਗਾ। ਤਾਂ ਚੈਸਟ ਪੇਨ ਸਵੀਅਰ ਹੋਣਾ ਚਾਹੀਦਾ ਹੈ, ਕਾਫੀ ਜ਼ਿਆਦਾ ਹੋਣਾ ਚਾਹੀਦਾ ਹੈ, ਠੀਕ ਹੈ, ਫੀਵਰ ਵੀ ਹੋਣਾ ਚਾਹੀਦਾ ਹੈ ਔਰ ਸ਼ੈਲੋ ਬਰੀਥਿੰਗ ਵੀ ਹੋਣੀ ਚਾਹੀਦੀ ਹੈ। ਤਾਂ ਇੱਕੋ ਹੀ ਆਨਸਰ ਸਾਡੇ ਵਾਸਤੇ ਦਿੱਤਾ ਇਸ ਬਿਮਾਰੀ ਨੂੰ, ਇਹ ਸਿੰਪਟਮਸ ਕਾਹਦੇ ਹੁੰਦੇ ਨੇ ਤੁਹਾਡੇ ਆਪਣੇ ਪਲੋਰੀਸੀ ਦੇ। ਵੈਸੇ ਇੰਗਲਿਸ਼ ਮੁਸ਼ਕਿਲ ਦਿੱਤਾ ਹੋਇਆ ਲੇਕਿਨ ਪੰਜਾਬੀ ਤੁਸੀਂ ਅਗਰ ਰੀਡ ਆਊਟ ਕਰ ਵੀ ਰਹੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਬਿਮਾਰੀ ਦਾ ਨਾਮ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 47 ਤੋਂ ਬਾਅਦ 48 ਡਿਊਰਿੰਗ ਇੰਸਪੀਰੇਸ਼ਨ, ਜਦੋਂ ਅਸੀਂ ਸਾਹ ਲੈਂਦੇ ਹਾਂ, ਠੀਕ ਹੈ, ਤਾਂ ਉਹਦੇ ਵਾਸਤੇ ਕੀ ਹੋਊਗਾ। ਜਦੋਂ ਅਸੀਂ ਸਾਹ ਲੈਂਦੇ ਹਾਂ ਦੇਰ ਇਜ਼ ਅ ਡਿਕਰੀਜ਼ ਦਾ ਥਿਓਰੈਟਿਕ ਵੋਲੀਅਮ। ਕਦੇ ਵੀ ਇਹ ਥਿਓਰੈਟਿਕ ਜਿਹੜਾ ਵੋਲੀਅਮ ਹੁੰਦਾ ਇਹਦਾ ਜਿਹੜਾ ਪ੍ਰੈਸ਼ਰ ਹੁੰਦਾ, ਠੀਕ ਹੈ, ਪ੍ਰੈਸ਼ਰ ਉਹ ਡਿਕਰੀਜ਼ ਹੁੰਦਾ ਲੇਕਿਨ ਇਹ ਖੁਦ ਡਿਕਰੀਜ਼ ਨਹੀਂ ਹੁੰਦਾ, ਠੀਕ ਹੈ। ਇਹਦਾ ਪ੍ਰੈਸ਼ਰ ਮਤਲਬ ਇਹਦਾ ਡਿਕਰੀਜ਼ ਹੋਣਾ ਜ਼ਰੂਰੀ ਹੈ, ਠੀਕ ਹੈ। ਤੇ ਇਹ ਆਪਸ਼ਨ ਸਾਡੇ ਵਾਸਤੇ ਕੀ ਹੈ, ਗਲਤ ਹੈ। ਉਸ ਤੋਂ ਬਾਅਦ ਬੀ ਆਪਸ਼ਨ ਕਹਿੰਦਾ ਕਿ ਇਹਦੇ ਵਿੱਚ ਤੁਹਾਡੇ ਆਪਣੀ ਥਿਓਰੈਟਿਕ ਪ੍ਰੈਸ਼ਰ ਡਿਸੀਜ਼, ਪ੍ਰੈਸ਼ਰ ਘਟਦਾ ਹੁੰਦਾ ਲੇਕਿਨ ਆਪ ਨਹੀਂ ਘਟਦਾ ਹੁੰਦਾ। ਤਾਂ ਆਨਸਰ ਸਾਡੇ ਵਾਸਤੇ ਇਹੀ ਕਰੈਕਟ ਹੈ। ਐਕਸਟਰਨਲ ਇੰਟਰਕੋਸਟਲ ਰਿਲੈਕਸ ਜਾਂ ਡੀ ਆਪਸ਼ਨ ਸਾਡੇ ਵਾਸਤੇ ਕੀ ਦਿੱਤੀ ਹੋਈ ਹੈ, ਡਾਇਗਰਾਫ ਰਿਲੈਕਸ ਐਂਡ ਦੀ ਲੋਅਰ। ਨੋ, ਤਾਂ ਆਪਸ਼ਨ ਇੱਕੋ ਹੀ ਦਿੱਤੀ ਹੈ, ਇਹਦਾ ਪ੍ਰੈਸ਼ਰ ਡਿਕਰੀਜ਼ ਹੁੰਦਾ ਨਾ ਕਿ ਇਹ ਖੁਦ ਡਿਕਰੀਜ਼ ਹੁੰਦਾ, ਇਹਦਾ ਵੋਲੀਅਮ ਨਹੀਂ ਡਿਕਰੀਜ਼ ਹੁੰਦਾ, ਠੀਕ ਹੈ, ਧਿਆਨ ਰੱਖਣਾ। ਆਂਸਰ ਕੀ ਆਊਗਾ, ਬੀ ਆ ਜਾਊਗਾ 48 ਦਾ। ਨੈਕਸਟ ਆਓ ਕੁਐਸਚਨ ਨੰਬਰ 49 ਐਕਚੁਅਲ ਗੈਸਿਸ ਟੇਕ ਪਲੇਸ ਇਨ ਦਾ, ਜਿਹੜੀ ਅਸੀਂ ਐਕਚੁਅਲ ਦੇ ਵਿੱਚ ਮਤਲਬ ਜਦੋਂ ਅਸੀਂ ਐਕਸਚੇਂਜ ਕਰਦੇ ਹਾਂ ਲਾਸਟ ਜੰਕਸ਼ਨ ਕਿਹੜਾ ਹੋਊਗਾ ਜਿੱਥੇ ਜਾ ਕੇ ਹਵਾ ਐਕਚੁਅਲ ਵਿੱਚ ਐਕਸਚੇਂਜ ਹੋਊਗੀ, ਤਾਂ ਬ੍ਰੋਂਕੀ ਹੁੰਦੀ ਹੈ, ਠੀਕ ਹੈ। ਸੋਰੀ ਬ੍ਰੋਂਕਾਈ ਨਹੀਂ ਕਹਿੰਦੇ ਉਹਨੂੰ, ਅਸੀਂ ਐਲੋਵਰੀ ਬੋਲਦੇ ਹਾਂ। ਅਗਲਾ ਪਾਰਟ ਹੋ ਗਿਆ, ਵੈਸੇ ਤਾਂ ਮੇਨਲੀ ਬ੍ਰੋਂਕਾਈ ਵੀ ਕਹਿੰਦੇ ਆ ਲੇਕਿਨ ਐਕਚੁਅਲ ਸਾਈਟ ਦੀ ਗੱਲ ਕਰਦਾ ਵੇ। ਨੋਟਸ ਦੇ ਅਕੋਰਡਿੰਗ ਸਾਡੀ ਐਕਚੁਅਲ ਸਾਈਟ ਸਾਡੇ ਵਾਸਤੇ ਕੀ ਹੁੰਦੀ ਹੈ, ਐਲਵਲੀ ਹੁੰਦੀ ਹੈ, ਠੀਕ ਹੈ। ਤਾਂ ਆਪਸ਼ਨ ਆ ਫਿਲਹਾਲ ਚੈੱਕ ਕਰ ਲਓ, ਏ ਆਪਸ਼ਨ 'ਚ ਕੀ ਕਹਿੰਦਾ ਇਹਦੇ ਵਿੱਚ ਟ੍ਰੈਚੀਆ, ਬੀ ਆਪਸ਼ਨ ਸਾਡੇ ਵਾਸਤੇ ਕੀ ਕਹਿੰਦਾ ਹੈ, ਇਹਦੇ ਵਿੱਚ ਬੀ ਆਪਸ਼ਨ ਸਾਡੇ ਵਾਸਤੇ ਦਿੱਤੀ ਹੋਈ ਡਾਇਗਰਾਫ, ਉਹ ਗਲਤ ਹੈ। ਸੀ ਆਪਸ਼ਨ ਬ੍ਰੋਂਕਾਈ ਦਿੱਤੀ ਵੀ ਹੈ, ਠੀਕ ਹੈ। ਅਗਰ ਮੈਂ ਕਹਾਂ ਤਾਂ ਸਾਡੇ ਵਾਸਤੇ ਜਿਹੜਾ ਐਕਚੁਅਲ ਸਾਈਟ ਹੈ ਪਰ ਐਕਚੁਅਲ ਦੇ ਵੀ ਸਾਡੇ ਵਾਸਤੇ ਉਹਦਾ ਅਗਲਾ ਹੋਊਗਾ ਇੱਕ ਤਰ੍ਹਾਂ ਦਾ ਐਲੂਮਨੀ, ਠੀਕ ਹੈ। ਮੇਰੇ ਆਨਸਰ ਤੁਹਾਨੂੰ ਫਿਲਹਾਲ ਇਹਦੇ ਵਿੱਚ ਬ੍ਰੋਂਕਾਈ ਵਾਸਤੇ ਅਕੋਰਡਿੰਗ ਹੋ ਸਕਦਾ ਲੇਕਿਨ ਹੁਣ ਐਕਚੁਅਲ ਸਾਈਟ ਦੀ ਗੱਲ ਕੀਤੀ ਹੈ, ਮੇਨ ਸਾਈਟ ਦੀ, ਤਾਂ ਮੇਨ ਸਾਡੇ ਵਾਸਤੇ ਇੱਕੋ ਹੀ ਹੈ, ਸਾਡੇ ਵਾਸਤੇ ਦੈਟਸ ਕੋਲ ਆ ਐਲੋਵਲੀ। ਬ੍ਰੋਂਕਾਈ ਨਹੀਂ ਆਉਂਦਾ, ਬ੍ਰੋਂਕਾਈ ਦਾ ਕਿ ਟਾਈਪ ਹੋ ਜਾਂਦੀ ਹੈ, ਐਲੋਵਲੀ ਸਾਡਾ ਕੀ ਹੋਊਗਾ, ਰਾਈਟ ਆਂਸਰ ਆਊਗਾ, ਠੀਕ ਹੈ। ਇੰਗਲਿਸ਼ ਨੀਚੇ ਦਿੱਤਾ ਗਿਆ ਆਪਸ਼ਨ ਹੈ ਔਰ ਪੰਜਾਬੀ ਦੇ ਵੀ ਤੁਹਾਨੂੰ ਉਸੇ ਪੇਜ ਤੇ ਆਂਸਰ ਮਿਲ ਜਾਊਗਾ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ ਲਾਸਟ, ਕੁਐਸਚਨ ਨੰਬਰ 50 ਦ ਜੋਬ ਆਫ ਦੀ ਕੌਂਚ ਇਜ਼, ਜਿਹੜਾ ਕੌਂਚ ਦੀ ਜੋਬ ਹੁੰਦੀ ਹੈ ਹਮੇਸ਼ਾ ਹਵਾ ਦੀ ਮੂਵਮੈਂਟ ਨੂੰ ਕੀ ਕਰਦੀ ਹੈ, ਸਰਫੇਸ ਏਰੀਆ ਤੋਂ ਇਨਕਰੀਜ਼ ਕਰਦੀ ਹੈ, ਠੀਕ ਹੈ। ਸਰਫੇਸ ਏਰੀਆ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਮੈਨੇ, ਤਾਂ ਧਿਆਨ ਰੱਖਣਾ ਕੌਂਚ ਦੀ ਜਿਹੜੀ ਜੋਬ ਹੋਏਗੀ ਉਹ ਕੀ ਹੋਏਗੀ। ਤਾਂ ਫਿਲਹਾਲ ਆਪਸ਼ਨ ਪੜ੍ਹ ਲਓ, ਟੂ ਸੈਪਰੇਟ ਦ ਨਸਲ ਐਂਡ ਦੀ ਔਰਲ ਕੈਵਿਟੀਜ਼, ਠੀਕ ਹੈ, ਅਲੱਗ-ਅਲੱਗ ਕਰਦੀ ਹੈ। ਟੂ ਇਨਕਰੀਜ਼ ਦ ਸਰਫੇਸ ਏਰੀਆ ਟੂ ਦੀ ਅਲਾਓ ਮੋਰ ਏਅਰ ਮੂਵਮੈਂਟ, ਇਹ ਸਾਡੇ ਵਾਸਤੇ ਰਾਈਟ ਹੈ ਵੈਸੇ ਤਾਂ। ਉਸ ਤੋਂ ਬਾਅਦ ਅਗਲਾ ਪੁਆਇੰਟ ਕਹਿੰਦਾ ਕੀ ਹੈ, ਟ੍ਰੈਪ ਪੈਥੋਜਨਸ ਐਂਡ ਦੇ ਡੈਬਰਿਸ, ਔਰ ਅਲੱਗ ਕਹਿੰਦਾ ਕਿ ਡੀ ਆਪਸ਼ਨ ਕਿ ਹਵਾ ਨੂੰ ਗਰਮ ਔਰ ਰਿਮੂਵ ਕਰਦੇ ਵਾਟਰ ਨੂੰ, ਇਹ ਤਾਂ ਸਾਡੇ ਅੰਗੇਸਟ ਹੋਗੀ ਇੱਕ ਤਰ੍ਹਾਂ ਦੀ, ਠੀਕ ਹੈ। ਤੇ ਧਿਆਨ ਰੱਖਣਾ ਬੀ ਆਪਸ਼ਨ ਸਾਡੇ ਵਾਸਤੇ ਰਾਈਟ ਬਣੂਗੀ। ਤਾਂ ਕੁਐਸਚਨ ਨੰਬਰ 50 ਦਾ ਆਂਸਰ ਜਿਹੜਾ ਬਣੂਗਾ ਉਹ ਬੀ ਆਂਸਰ ਬਣ ਜਾਏਗਾ। ਕਲੀਅਰ ਹੈ। ਅਗਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਡਾਊਟਸ ਨੇ ਤਾਂ ਨੀਚੇ ਆਂਸਰ ਕੀ ਦਿੱਤੀ ਵੀ ਹੈ, 50 ਕੁਐਸਚਨ ਸੀ, ਇਹ ਤੁਹਾਡੇ ਆਪਣੇ ਰੈਸਪੀਰੇਟਰੀ ਸਿਸਟਮ ਦੇ 50 ਕੁਐਸਚਨ ਸੀਗੇ। ਅਗਰ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ, ਠੀਕ ਹੈ। ਅਗਰ ਲੈਕਚਰ ਵਧੀਆ ਲੱਗਦਾ ਤਾਂ ਲਾਈਕ ਵੀ ਕਰ ਸਕਦੇ ਹੋ। ਅਗਰ ਕਿਸੇ ਨੇ ਬਾਏ ਵੀ ਕਰਨਾ ਹੈ ਤਾਂ ਨੀਚੇ ਕੰਟੈਕਟ ਨੰਬਰ ਦਿੱਤਾ ਹੋਇਆ ਤੁਹਾਨੂੰ ਵੀਡੀਓਜ਼ ਦੇ ਵਿੱਚ ਔਰ ਮੈਨੇ ਵੀ ਉੱਪਰ ਮੈਂਸ਼ਨ ਕੀਤਾ ਸੀ, ਤਾਂ ਤੁਸੀਂ ਵੀਡੀਓ ਆਪਣੇ ਲੈਕਚਰ ਨੂੰ ਦੇਖ ਕੇ ਕੋਰਸ ਨੂੰ ਬਾਏ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ।